ਸਾਥੀਓ ਹਾਜ਼ਰ ਹਾਂ ਮੈਂ ਰਮਨ ਕੁਮਾਰ ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ ਖਬਰਸਾਰ ਨਾਲ ਮੇਰੇ ਹਾਜ਼ਰ ਹਨ ਇੱਕ ਵਾਰ ਫਿਰ ਦੇਸ਼ਰਾਜ ਕਾਲੀ ਹੋਰੀ। ਕਾਲੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਔਰ ਦੋ ਮੁੱਦਿਆਂ ਤੇ ਹੀ ਗੱਲਬਾਤ ਕਰਾਂਗੇ ਔਰ ਇਹਨਾਂ ਦਾ ਵਿਸਥਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਕੋਈ ਨਾਲ ਸੰਬੰਧਿਤ ਰਿਲੇਟਿਡ ਖਬਰ ਹੈ ਉਹ ਵੀ ਸ਼ਾਮਲ ਹੋ ਜਾਏਗੀ ਵਿੱਚ। ਸੋ ਪਹਿਲੀ ਖਬਰ ਜਿਹੜੀ ਅਸੀਂ ਲੈਣ ਜਾ ਰਹੇ ਹਾਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੰਤ ਸਮਾਗਮ ਸੀ ਔਰ ਉੱਥੇ ਹੋਰ ਲੋਕ ਵੀ ਹਾਜ਼ਰ ਸਨ। SGPC ਦੇ ਪ੍ਰਧਾਨ ਲੌਂਗੋਵਾਲ ਹੋਰੀ ਹੈ ਜੀ, ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਹੋਰੀ, ਹੋਰ ਲੋਕ ਵੀ ਹਾਜ਼ਰ ਸਨ। ਉੱਥੇ ਤਖਤ ਜਥੇਦਾਰ ਸਾਹਿਬ ਨੇ ਮੈਨੂੰ ਲੱਗਦਾ ਹੈ ਵੈਸੇ ਵੀ ਪਿਛਲੇ ਕੁਝ ਦਿਨਾਂ ਤੋਂ ਥੋੜ੍ਹੇ ਤਿੱਖੀਆਂ ਗੱਲਾਂ ਕਰ ਰਹੇ ਨੇ, ਕਿਤੇ ਨਾਰਾਜ਼ ਲੱਗਦੇ ਨੇ। ਹਾਂ, ਉਹਨਾਂ ਨੇ ਬੜੀ ਵੱਡੀ ਗੱਲ ਆਖੀ ਹੈ ਕਿ ਇਸ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ। ਇਹ ਕੀ ਆਖਣਾ ਹੈ ਤੁਸੀਂ? ਦੇਖੋ, ਪਹਿਲੀ ਗੱਲ ਤਾਂ ਜਦੋਂ ਅਸੀਂ ਦੇਸ਼ ਦੇ ਮੱਦੇ ਨਜ਼ਰ ਦੇਖਦੇ ਹਾਂ ਅਤੇ ਦੂਸਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤੌਰ ਦੇ ਉੱਤੇ ਭਾਵੇਂ ਹਾਲ ਦੀ ਘੜੀ ਉਹ ਕਾਰਜਕਾਰੀ ਜਥੇਦਾਰ ਹੀ ਨੇ, ਦੇਖਦੇ ਹਾਂ ਜਾਂ ਪਿਛਲੀ ਪਰਫੋਰਮੈਂਸ ਉਹਨਾਂ ਦੀ ਦੇਖਦੇ ਹਾਂ, ਪਿਛਲੀਆਂ ਉਹਨਾਂ ਦੇ ਬਿਆਨ ਦੇਖਦੇ ਹਾਂ, ਕੁਝ ਕਾਰਜ ਦੇਖਦੇ ਹਾਂ ਜਿਹਦੇ 'ਤੇ ਆਪਾਂ ਪਹਿਲਾਂ ਵੀ ਆਪਣੇ ਦਰਸ਼ਕਾਂ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਰਹੇ ਹਾਂ। ਪਰ ਆਹ ਥੋੜ੍ਹੇ ਸਮੇਂ ਤੋਂ 2 ਮਹੀਨਿਆਂ ਤੋਂ ਲੈ ਕੇ ਇੱਕ ਬਿਲਕੁਲ ਇੱਕ ਤੁਹਾਨੂੰ ਉਹਨਾਂ ਦੇ ਸੁਭਾਅ ਦੇ ਵਿੱਚ, ਉਹਨਾਂ ਦੀ ਗੱਲਬਾਤ ਦੇ ਵਿੱਚ, ਉਹਨਾਂ ਦੇ ਬਿਆਨਾਂ ਦੇ ਵਿੱਚ, ਉਹਨਾਂ ਦੇ ਪ੍ਰਤੀਕਰਮ ਦੇ ਵਿੱਚ, ਉਹ ਜਿਹੜਾ ਪ੍ਰਤੀਕਰਮ ਦੇ ਰਹੇ ਨੇ, ਤਾਂ ਇੱਕ ਬਹੁਤ ਵੱਡਾ ਤਬਾਦਲਾ, ਇੱਕ ਬਦਲਾਓ, ਬੜਾ ਵੱਡਾ ਬਦਲਾਓ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕਦਮ। ਤਾਂ ਮੈਂ ਉਹਨੂੰ ਦੇਖੋ, ਕਿਉਂਕਿ ਇਸ ਸਾਰੇ ਸੀਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਈਵਨ ਚਾਹੇ ਉਹ ਇੱਕ ਪਰਿਵਾਰ ਦੇ ਪ੍ਰਭਾਵ ਅਧੀਨ ਹੀ ਪਾਰਟੀ ਚਲੇ ਗਈ ਆ, ਉਹਦੇ ਦਖਲ ਦੀ ਜਾਂ ਉਹਦੇ ਕਿਸੇ ਨਾ ਕਿਸੇ ਤਰੀਕੇ ਗੰਢ ਚਿਤਰਾਵੇ ਦੀ ਜਾਂ ਉਹਦੇ ਕਿਸੇ ਨਾ ਕਿਤੇ ਚਾਹੇ ਅਦਿੱਖ ਕਹਿ ਲਓ, ਦਿੱਖ ਕਹਿ ਲਓ, ਪ੍ਰਭਾਵ ਦੀ ਅਣਦੇਖੀ ਅਸੀਂ ਨਹੀਂ ਕਰ ਸਕਦੇ। ਸੈਂਟਰ ਵੱਲ ਨੂੰ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦਾ ਝੁਕਾਓ ਜਿਹੜਾ ਹੈ, ਕੋਈ ਵਿਰੋਧਮਾ ਸਾਨੂੰ ਨਜ਼ਰ ਨਹੀਂ ਆਇਆ, ਬਲਕਿ ਉਹਦੇ ਫੇਵਰ ਦੇ ਵਿੱਚ, ਚਾਹੇ ਉਹ ਘੱਟ ਸਮਰਥਨ, ਘੱਟੋ ਘੱਟ ਸਮਰਥਨ ਮੁੱਲ ਫਸਲਾਂ ਦੇ ਉੱਤੇ ਸੀ ਜਾਂ ਜਿਹੜੇ 3 ਆਰਡੀਨੈਂਸ ਜਾਰੀ ਕੀਤੇ ਉਹਦੇ ਪ੍ਰਤੀ ਸੀ, ਤਾਂ ਉਹ ਸੁਖਬੀਰ ਬਾਦਲ ਹੋਰੀ ਜਾਂ ਲੀਡਰਸ਼ਿਪ ਅਕਾਲੀ ਦਲ ਦੀ ਜਿਹੜੀ ਹੈ ਉਹ ਸੈਂਟਰ ਦੇ ਫੇਵਰ ਦੇ ਵਿੱਚ ਹੀ ਈਵਨ ਹਰਸਿਮਰਤ ਬਾਦਲ ਹੋਰੀ ਉਹ ਨਜ਼ਰ ਆਉਂਦੇ ਗਏ, ਨਾਲ ਖੜੇ ਨਜ਼ਰ ਆਏ। ਹੁਣ ਅਸੀਂ ਇਹ ਕਹਿ ਨਹੀਂ ਸਕਦੇ ਕਿ ਇੱਕ ਜਥੇਦਾਰ ਸਾਹਿਬ ਦੇ ਉੱਤੇ ਪ੍ਰਭਾਵ ਨਹੀਂ ਹੈ, ਅਸੀਂ ਇਹ ਤਾਂ ਨੰਗੀ ਚਿੱਟੀ ਹੈ, ਕੋਈ ਦੇਖ ਵਾਲੀ ਗੱਲ ਵੀ ਨਹੀਂ ਰਹਿ ਜਾਂਦੀ ਇਹਦੇ ਉੱਤੇ। ਤਾਂ ਉਹ ਉਹਨਾਂ ਦੀ ਜੋ ਬਿਆਨਬਾਜ਼ੀ ਹੈ, ਉਹਨਾਂ ਦੀ ਉਹ ਖਾਲਿਸਤਾਨ ਨੂੰ ਲੈ ਕੇ ਕੀਤੀ ਹੋਈ ਬਿਆਨਬਾਜ਼ੀ ਜਾਂ ਉਸ ਤੋਂ ਬਾਅਦ ਦੀ ਬਿਆਨਬਾਜ਼ੀ, ਜਾਂ ਹੁਣ ਇਹ ਜਿਹੜਾ 13 ਜੁਲਾਈ ਦੇ ਦਿਨ ਦਾ ਵਾਕਿਆ ਹੈ, ਸਮਾਗਮ ਹੈ ਜਿਹੜਾ ਅਨੰਦਪੁਰ ਸਾਹਿਬ ਦਾ, ਤਾਂ ਉਹ ਸਿੱਧੇ ਸੈਂਟਰ ਨੂੰ ਸੰਬੋਧਨ ਹੋ ਰਹੇ ਨੇ ਇਸ ਮਾਮਲੇ ਦੇ ਵਿੱਚ। ਜਿਸ ਵੇਲੇ ਉਹ ਮੁਸਲਿਮ ਭਾਈਚਾਰੇ ਤੋਂ ਸ਼ੁਰੂਆਤ ਦੀ ਗੱਲ ਕਰ ਰਹੇ ਨੇ, ਨਹੀਂ ਉਹ ਤੇ ਬੜੇ ਖੁੱਲ ਕੇ ਇਹ ਗੱਲ ਕਹਿਣੀ ਬਿਲਕੁਲ ਕਿ ਬਈ ਇਹ ਸ਼ੁਰੂਆਤ ਹੋ ਚੁੱਕੀ ਹੈ, ਉਹ ਵੱਖਰੀ ਗੱਲ ਹੈ। ਜਦੋਂ ਉਹ ਇਹ ਗੱਲ ਕਹਿੰਦੇ ਨੇ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਗੱਲ ਨਾ ਵੀ ਕਰਨ, ਅਸੀਂ ਉਹਨਾਂ ਦੀ ਘੱਟੋ ਘੱਟ ਇਸ ਗੱਲ ਵਿੱਚ ਕੁਝ ਸੱਚਾਈ ਤਾਂ ਹੈ, ਨੈਚੁਰਲੀ ਹੈ। ਪਰ ਕਿਉਂਕਿ ਜੋ ਅਸੀਂ ਮੁਲਕ ਦੇ ਵਿੱਚ ਦੇਖਿਆ ਅਸੀਂ ਜੋ ਸ਼ਾਹੀਨ ਬਾਗ ਦੇ ਵਿੱਚ ਦੇਖਿਆ, ਜੋ NCA ਦੇ ਵਿੱਚ ਦੇਖਿਆ, ਜੋ 3 ਤਲਾਕ 'ਚ ਦੇਖਿਆ, ਜੋ 370 ਧਾਰਾ 'ਚ ਦੇਖਿਆ, ਜੋ ਗਊ ਹੱਤਿਆ ਟਰਾਂਸਪੋਰਟ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਕਿਸ ਕਦਰ ਉਹਨਾਂ ਨੂੰ ਥੱਲੇ ਲਾ ਕੇ ਬਿਲਕੁਲ ਮਾੜੇ ਹਾਲ ਕੀਤੇ ਗਏ, ਉਹ ਟਾਰਗੇਟ ਕੀਤਾ ਗਿਆ ਖਾਸ ਕਰਕੇ ਉਸ ਭਾਈਚਾਰੇ ਨੂੰ। ਅਸੀਂ ਦਿੱਲੀ ਦੇ ਵਿੱਚ ਦੇਖਿਆ, ਦਿੱਲੀ ਚੋਣਾਂ ਦੇ ਦੌਰਾਨ ਜਿਹੜੇ ਉਹ ਦੰਗਿਆਂ ਵਰਗੀ ਹਾਲਤ ਹੋ ਗਈ, ਦੰਗੇ ਹੀ ਹੋ ਗਏ ਸੀਗੇ ਜਿੱਥੇ ਡੈਥਸ ਹੋਈਆਂ ਨੇ ਇੰਨੀਆਂ, ਉਹਦੀ ਪੁਲਿਸ ਨੇ ਇੱਕ ਪਾਸੜ ਰਿਪੋਰਟ ਪੇਸ਼ ਕਰਤੀ ਹੋਵੇ, ਚਲਾਨ ਪੇਸ਼ ਕਰਤੇ ਹੋਣੇ, ਦੈਟਸ ਅਨਦਰ ਮੈਟਰ। ਬਟ ਜੋ ਹੋਇਆ, ਜੋ ਚਸ਼ਮਦੀਦ ਗਵਾਹੀਆਂ ਨੇ, ਜੋ ਮੀਡੀਆ ਦੇ ਵਿੱਚ ਆਇਆ, ਸੋਸ਼ਲ ਮੀਡੀਆ ਦੇ ਰਾਹੀਂ ਆਇਆ, ਉਹ ਸਾਡਾ ਸਾਰੇ ਕੋਲ ਜਗਜਾਰ ਹੈ। ਨਾਲ ਫਿਰ ਇਹ ਕਹਿਣਾ ਜੋ ਰਿਪੋਰਟ ਹੋਇਆ ਪੇਪਰਸ ਦੇ ਵਿੱਚ, ਨਾਲ ਫਿਰ ਇਹ ਕਹਿਣਾ ਕਿ ਸ਼ੁਰੂਆਤ ਹੋ ਚੁੱਕੀ ਹੈ ਔਰ ਅੱਗੋਂ ਸਿੱਖਾਂ ਤੇ ਦਲਿਤਾਂ ਦੀ ਵਾਰੀ ਹੈ। ਯੈਸ, ਇਹ ਵੀ ਆਖ ਰਹੇ ਨੇ ਕਿ ਮਤਲਬ ਸਿੱਖਾਂ ਨੂੰ ਲੈ ਕੇ ਵੀ ਜੋ ਹੈ ਇੱਕ ਤਰ੍ਹਾਂ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ ਔਰ ਜਿਹੜੀ ਸਿੱਖ ਧਾਰਮਿਕ
ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਾਇਮ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਸੱਟ ਮਾਰੀ ਜਾ ਰਹੀ ਹੈ। ਬਿਲਕੁਲ ਬਿਲਕੁਲ। ਉਹ ਕੁਝ ਅੰਦਰ ਬੈਠੀਆਂ ਭੇਡਾਂ ਨੇ, ਕੁਝ ਬਾਹਰੋਂ ਹੈ ਮਿਲੀ ਭੁਗਤ ਹੈ। ਉਹ ਇੱਕ ਕਿਹਦੇ ਵੱਲ ਇਸ਼ਾਰਾ ਕਰ ਰਹੇ ਨੇ, ਕਿਹਨੂੰ ਕਹਿ ਰਹੇ ਨੇ? ਦੇਖੋ ਇਹ ਸਾਰੇ ਪੋਲੀਟੀਕਲ ਸੀਨ ਨੂੰ ਮੈਂ ਜਦੋਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਕੇ ਦੇਖਦਾ ਆ ਤਾਂ ਫਿਰ ਸਾਨੂੰ ਪੋਲੀਟੀਕਲ ਸੀਨ ਦੇ ਕਈ ਇਸ਼ਾਰੇ ਜਿਹੜੇ, ਕਈ ਸਾਈਨ ਜਿਹੜੇ ਨੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਭਾਈ ਆਇਆ ਇਹਦੇ ਦੇਖੋ ਕਿਸੇ ਵੀ ਬਿਆਨ ਦੇ, ਕਿਸੇ ਵੀ ਵਰਜਨ ਦੇ ਕੋਈ ਇੱਕ ਆਯਾਮਤਾ ਹੁੰਦਾ ਨਹੀਂ, ਕੋਈ ਇੱਕ ਪਰਤ ਤਾਂ ਹੁੰਦੀ ਨਹੀਂ, ਕੋਈ ਅਕਹਿਰੀ ਪਰਤ ਤਾਂ ਹੁੰਦੀ ਨਹੀਂ। ਉਸ ਪਰਤ ਦੇ ਪਿੱਛੇ ਕਈ ਹਿਡਨ ਏਜੰਡੇ ਵੀ ਕੰਮ ਕਰ ਰਹੇ ਹੁੰਦੇ ਨੇ, ਕਈ ਪੋਲੀਟੀਕਲ ਏਜੰਡੇ ਵੀ ਕੰਮ ਕਰ ਰਹੇ ਹੁੰਦੇ ਨੇ, ਕਈ ਸੋਸ਼ਲ ਆਸਪੈਕਟਸ ਵੀ ਕੰਮ ਕਰ ਰਹੇ ਹੁੰਦੇ ਨੇ, ਬਾਹਰੀ ਦਬਾਅ ਵੀ ਕੰਮ ਕਰ ਰਹੇ ਹੁੰਦੇ ਨੇ। ਸੋ ਜਦੋਂ ਹਰਪ੍ਰੀਤ ਹੋਣਾ ਵਰਗੇ ਏਡੀ ਜ਼ਿੰਮੇਵਾਰ ਸੰਸਥਾ ਦੇ ਅਗਵਾਈ ਕਰ ਰਹੇ ਨੇ ਤਾਂ ਉਹਨਾਂ ਦੇ ਇਸ ਬਿਆਨ ਦਾ, ਔਰ ਸਾਫ਼ ਤੇ ਸਪਸ਼ਟ ਬਿਆਨ ਦਾ, ਅਸੀਂ ਕੋਰੇਗਾਂਵ ਦੀ ਘਟਨਾ ਨੂੰ ਦੇਖ ਸਕਦੇ ਹਾਂ, ਅਸੀਂ ਦਲਿਤਾਂ ਤੇ ਹੁੰਦੇ ਅਤਿਆਚਾਰ ਤਾਜ਼ਾ ਘਟਨਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਕੁੱਟ ਕੇ ਦਲਿਤਾਂ ਤੇ ਅਤਿਆਚਾਰ ਬਾਅਦ ਦੇ ਵਿੱਚ ਜ਼ਹਿਰ ਨਿਗਲ ਲੈਂਦੇ ਨੇ, ਸਰਕਾਰੀ ਜ਼ਮੀਨ ਤੇ ਝੁੱਗੀ ਪਾਉਣ ਦਾ ਮਾਮਲਾ ਹੁਣੇ ਤਾਜ਼ਾ ਦੇਸ਼ ਦੇ ਵਿੱਚੋਂ ਸਾਹਮਣੇ ਆ ਰਿਹਾ। ਜਦੋਂ ਇਹੋ ਜਿਹੀ ਗੱਲ ਜਥੇਦਾਰ ਸਾਹਿਬ ਕਰਦੇ ਨੇ ਜੀ ਹਾਂਜੀ, ਉਹਦੇ ਮਗਰੋਂ ਇੱਕ ਉਹਨਾਂ ਦੀ ਆਪਣੀ ਸੋਚ ਹੈ, ਜਾਂ ਜਿਵੇਂ ਤੁਸੀਂ ਆਸ-ਪਾਸ ਅਕਾਲੀ ਦਲ ਜਾਂ ਅਕਾਲੀ ਦਲ ਨੂੰ ਚਲਾਉਣ ਵਾਲੇ ਲੋਕਾਂ, ਸ਼ਖਸੀਅਤਾਂ ਵੱਲ ਇਸ਼ਾਰਾ ਕੀਤਾ ਹੈ ਜਾਂ ਉਹਨਾਂ ਦਾ ਨਾਂ ਲਿੱਤਾ ਹੈ। ਜਦੋਂ ਇੱਕ ਤੁਸੀਂ ਕਿ ਵੀ ਨਾਲ ਗੱਲ ਕਰਦੇ ਪਏ ਹੋ ਕਿ ਬੀਤੇ ਕੁਝ ਸਮੇਂ ਤੋਂ ਉਹਨਾਂ ਦੇ ਅੰਦਾਜ਼ੇ ਬਿਆਨ ਦੇ ਵਿੱਚ ਇੱਕ ਖਾਸ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬਿਲਕੁਲ ਇਹ ਜਦੋਂ ਇਹ ਇੱਕ ਵਰਤਾਰਾ ਅਪਣਾਇਆ ਜਾ ਰਿਹਾ, ਆਪਣੇ ਹਿਸਾਬ ਨਾਲ ਉਹ ਆਪਣੀ ਸੱਚਾਈ ਬਿਆਨ ਕਰਦੇ ਪਏ ਨੇ, ਇਹ ਅਗਾਂਹ ਤੁਸੀਂ ਕੀ ਦੇਖਦੇ ਹੋ? ਕੀ ਮਤਲਬ ਕੋਈ ਦੇਖੋ ਮੈਂ ਉਹਨੂੰ ਜਿਹੜੇ ਮੈਂ ਜਿਹੜੇ ਆਪਾਂ ਕਿੱਥੇ ਖੜਦੇ ਕਿੱਥੇ ਜਾ ਕੇ ਕੋਈ ਟਕਰਾਅ ਦੀ ਗੱਲ ਅਗਾਂਹ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਇੱਕ ਪੰਜਾਬ ਦੇ ਵਿੱਚ ਆਪਣੀ ਜਾਂ ਅਕਾਲੀ ਦਲ ਦੀ ਜੇਕਰ ਗੱਲ ਹੈ ਉਹਨੂੰ ਉਭਾਰਨ ਵਾਸਤੇ ਇੱਕ ਖਾਸ ਯਤਨ ਵਾਲੇ ਪਾਸੇ ਵੀ ਦੇਖਣਾ ਚਾਹੋਗੇ? ਮੈਂ ਉਹਨੂੰ ਇਸ ਪੋਲਿਟਿਕਸ ਦੇ ਨਜ਼ਰੀਏ ਤੋਂ, ਇੱਕ ਐਂਗਲ ਤੋਂ ਜੇ ਪਰਖਦਾ ਆ ਤੇ ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਦੇ ਦੇ ਸਾਧ ਦਾ ਜ਼ਿਕਰ ਆ ਜਾਂਦਾ ਹੈ ਬੇਅਦਬੀ ਮਾਮਲਿਆਂ ਦੇ ਵਿੱਚ, ਉਸ ਤੋਂ ਬਾਅਦ ਸੈਂਟਰ ਦਾ ਦਖਲ CBI ਦੇ ਥਰੂ ਜਿਹੜਾ ਸਿੱਧਾ ਉਹਦੇ ਵਿੱਚ, ਚਾਹੇ ਮਾਨਯੋਗ ਜਿਹੜੀ ਮੋਹਾਲੀ ਦੀ ਸਪੈਸ਼ਲ CBI ਅਦਾਲਤ ਹੈ ਉਹਨਾਂ ਨੇ ਸਿੱਟ ਦੇ ਕੰਮ ਨੂੰ ਨਹੀਂ ਰੋਕਿਆ ਹੈ, ਪਰੰਤੂ CBI ਦਾ ਪਹਿਲਾਂ ਨਿਸਲ ਹੋ ਕੇ ਬਹਿ ਜਾਣਾ, ਕਲੋਜ਼ਰ ਰਿਪੋਰਟ ਦੇ ਦੇਣੀ ਡੇਰਾ ਪ੍ਰੇਮੀਆਂ ਨੂੰ ਤੇ ਡੇਰੇ ਦੇ ਮੁਖੀ ਨੂੰ, ਕਲੀਨ ਚਿੱਟ ਦੇ ਦੇਣੀ, ਪਰੰਤੂ ਜਦੋਂ ਪੰਜਾਬ ਆਧਾਰਿਤ ਸਿੱਟ ਨੇ ਫੇਰ ਉਹਨਾਂ ਨੂੰ ਹੱਥ ਪਾ ਲੈਣਾ ਆ ਤੇ CBI ਦਾ ਇੱਕਦਮ ਉੱਥੇ ਪ੍ਰਗਟ ਹੋ ਜਾਣਾ, ਕਈ ਨਿਸ਼ਾਨੀਆਂ ਜਿਹੜੀਆਂ, ਕਈ ਸਾਈਨਸ ਜਿਹੜੇ ਨੇ ਉਹ ਛੱਡ ਜਾਂਦਾ ਹੈ। ਸੈਕੰਡ, ਪੰਜਾਬ ਚੋਣਾਂ ਦੇ ਮੁਹਾਨ ਤੇ ਖੜਾ ਹੈ। ਅਸੀਂ ਪੂਰੇ ਸੈਂਟਰ ਦੇ ਨੂੰ ਲੈ ਲਈਏ, ਦੇਸ਼ ਨੂੰ ਲੈ ਲਈਏ, ਚਾਹੇ ਅਸੀਂ ਕੋਵਿਡ ਨਾਲ ਮਰਦੇ ਵੀ ਪਏ ਆ, ਪਰ BJP ਦੀ ਰਾਜਨੀਤੀ ਤਾਂ ਇਹੀ ਹੈ ਨਾ, ਲੋਕਡਾਊਨ ਖੁੱਲ੍ਹਦਿਆਂ ਸਾਰੀ ਵਰਚੁਅਲ ਰੈਲੀ ਕਰਨੀ ਸ਼ੁਰੂ ਤੁਰ ਪਏ। ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨੇ ਬਿਹਾਰ ਦੇ ਵਿੱਚ ਕਰ ਦਿੱਤੀ, ਉਹ ਬੰਗਾਲ ਵੱਲ ਨੂੰ ਤੁਰ ਪਏ ਨੇ, ਉਹ ਤਾਂ ਚੋਣਾਂ ਦੀ ਰਾਜਨੀਤੀ ਕਰ ਰਹੇ ਨੇ, ਉਹ ਲੋਕ ਲਾਕਡਾਊਨ ਦੇ ਵਿੱਚ ਵੀ ਕਰ ਰਹੇ ਨੇ। ਤਾਂ ਜੋ ਹਾਲਾਤ ਅਕਾਲੀ ਦਲ ਦੇ ਹੋ ਚੁੱਕੇ ਨੇ, BJP ਦੇ ਥੱਲੇ ਲੱਗ ਕੇ ਕੰਮ ਕਰਨ ਦੇ ਵਾਂਗ, ਤਾਂ ਕਿਤੇ ਨਾ ਕਿਤੇ ਉਹ ਧੋਣਾ, ਮੈਂ ਇੱਕ ਇਸ਼ਾਰਾ ਪਹਿਲਾਂ ਵੀ ਕਿਤੇ ਆਪਣੀ ਗੱਲਬਾਤ ਦੇ ਵਿੱਚ ਕੀਤਾ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਸੁਖਬੀਰ ਬਾਦਲ ਹੋਣੀ ਇੱਕ ਲੈਟਰ ਲਿਖਦੇ ਨੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਬਿਜਲੀ ਸੋਧ ਬਿੱਲ 2020 ਦੇ ਤਹਿਤ ਕਿ ਇਹਦੇ ਨਾਲ ਬਹੁਤ ਵੱਡਾ ਸੂਬਿਆਂ ਦਾ ਨੁਕਸਾਨ ਹੋਣਾ ਹੈ, ਫੈਡਰਲ ਢਾਂਚੇ ਤੇ ਸੱਟ ਵੱਜਣੀ ਹੈ। ਯਾਨੀ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਇਸ ਸਾਰੀ ਸਰਕਾਰ ਦੇ ਚਲਦਿਆਂ ਹੁਣ ਉਹ ਇਸ ਮਰਹਲੇ ਤੇ ਪਹੁੰਚ ਗਏ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਦੇ ਕਿਸੇ ਇੱਕ ਫੈਸਲੇ ਦੇ ਉੱਤੇ ਆਪਣਾ ਵਿਰੋਧ ਜਤਾਉਣਾ ਪੈ ਗਿਆ, ਚਾਹੇ ਉਹ ਰਿਕੁਐਸਟ ਦੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਚਲੋ ਰਿਕੁਐਸਟ ਕਰਨੇ ਭਾਈਵਾਲ ਵੀ ਤੇ ਹੈਗੇ ਨਾ, ਜੇਕਰ ਅਸੀਂ ਜਿੰਨੇ ਵੀ ਫੈਸਲੇ ਹੈਗੇ ਨੇ ਉਹ ਵਿਰੋਧ ਕਿਵੇਂ ਕਰ ਸਕਦੇ? ਉਹਦੀ ਜ਼ਿੰਮੇਵਾਰੀ ਤਾਂ ਬਣਦੀ ਹੈ। ਮੈਂ ਕਿਹਾ ਵਿਰੋਧ ਤੁਸੀਂ ਕਰ ਹੀ ਨਹੀਂ ਸਕਦੇ, ਬਿਕੋਜ਼ ਅਲਟੀਮੇਟਲੀ ਕਿਸੇ ਸੈਂਟਰ ਦੇ ਵਿੱਚ ਕਿਸੇ ਇੱਕ ਇੰਡੀਵਿਜੂਅਲ ਦਾ ਡਿਸੀਜਨ ਨਹੀਂ ਹੈ, ਕੈਬਨਿਟ ਡਿਸੀਜਨ ਹੈ। ਉਹ ਖੈਰ ਅਸੀਂ ਗੱਲ ਕਰਦੇ ਪਏ ਸੀ ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਜਿਹੀਆਂ ਤਿੱਖੀਆਂ ਗੱਲਾਂ ਕੀਤੀਆਂ ਜਾਣੀਆਂ ਔਰ ਹੌਲੀ ਗੱਲ ਲੜੀ ਹੈ ਉਹ ਪਾਸਾਰ ਦੇ ਨਾਲ ਫੈਲਦੀ ਦਿਸ਼ਾ, ਯਾਨੀ ਉਹਨੂੰ ਅਸੀਂ ਪੰਜਾਬ ਦੀ ਭਵਿੱਖੀ ਸਿਆਸਤ ਤੋਂ ਕੱਟ ਕੇ ਨਹੀਂ ਦੇਖ ਸਕਦੇ। ਇੱਕ ਦੂਸਰੀ ਗੱਲ ਹੈ ਜੀ ਜਿਹੜੀ ਉਹ ਵੀ ਨਾਲ ਕਿਤੇ ਰਲਦੀ ਜਾ ਕੇ, ਜਥੇਦਾਰ ਸਾਹਿਬ ਜਿਹੜੇ ਕੇਸਗੜ੍ਹ ਦੇ ਨੇ, ਕੇਸਗੜ੍ਹ ਸਾਹਿਬ ਦੇ ਰਘਬੀਰ ਸਿੰਘ ਹੋਰੀ, ਉਹਨਾਂ ਨੇ ਆਖਿਆ ਕਿ ਬਈ ਜਿਹੜੇ ਇਲਜ਼ਾਮ ਲੱਗ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ 'ਤੇ
ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਰਚਾਉਣ ਲਈ ਜਿਹੜੀ ਪੋਸ਼ਾਕ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਦਿੱਤੀ ਗਈ ਸੀ, ਇਹਨਾਂ ਵੱਲੋਂ ਦਿੱਤੀ ਗਈ ਸੀ, ਜੇ ਉਹਨਾਂ ਤੇ ਇਹ ਇਲਜ਼ਾਮ ਹੈ ਤਾਂ ਫਿਰ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਇਹਨਾਂ ਦਾ ਜਥੇਦਾਰ ਸਾਹਿਬ ਦਾ ਅਜਿਹਾ ਰੁਖ ਅਖਤਿਆਰ ਕਰਨਾ ਇਹ ਗੱਲ ਕਿਹੜੀ, ਇਹ ਕਿਸ ਪਾਸੇ ਜਾ ਰਹੀ ਗੱਲ? ਦੇਖੋ, ਉਹਨਾਂ ਨੇ ਇਸ ਤੋਂ ਵੀ ਵੱਧ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਹੈ, ਉਹ ਕਿਉਂਕਿ ਹਾਲਾਤ ਜਿਹੜੇ ਉਹ ਕਹਿੰਦੇ ਵੀ ਚਲੋ ਇਹ ਦੋਸ਼ ਸਾਬਤ ਨਹੀਂ ਹੋਏ ਤੇ ਇਸ ਤੇ ਅਸੀਂ ਕਿ ਵੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਹੋ ਜਾਂਦੇ ਤੇ ਫਿਰ ਤਲਬ ਕੀਤਾ ਜਾਣਾ ਚਾਹੀਦਾ, ਜੇ ਸਾਬਤ ਹੋ ਜਾਂਦੇ ਨੇ ਫਿਰ ਤਲਬ ਕੀਤਾ ਜਾਣਾ ਚਾਹੀਦਾ। ਜਾਂ ਪੰਥ ਦੀਆਂ ਗੱਲਾਂ ਵੀ ਉਹਨਾਂ ਨੇ ਉਹਦੇ ਨਾਲ ਹੀ, ਅਸੀਂ ਉਹਨਾਂ ਗੱਲਾਂ ਤੇ ਵੀ ਆਉਂਦੇ ਹਾਂ, ਢੀਂਡਸਾ ਸਾਹਿਬ ਦੇ ਵੀ ਪਾਸੇ ਆਉਂਦੇ ਹਾਂ ਜਾਂ ਬਿਲਕੁਲ ਮੈਂ ਇਹਨੂੰ ਵੀ ਅਸੀਂ ਜਿਹੜੀ ਪਹਿਲਾਂ ਮੈਂ ਪੋਲਿਟਿਕਸ ਕਰ ਰਿਹਾ ਦੀ ਗੱਲ ਕਰ ਰਿਹਾ ਸੀਗਾ, ਪੰਜਾਬ ਦੀ ਇੰਟਰਨਲ ਪੋਲਿਟਿਕਸ ਜਿਹੜੀ ਪਾਰਟੀਆਂ ਦੇ ਆਪਣੇ ਆਪ 'ਚ ਘਿਰ ਜਾਣ ਦੀ, ਪਾਰਟੀਆਂ ਦੇ ਕੁਝ ਜਵਾਬਦਹੀਆਂ ਦੇਣ ਦੀ, ਜਾਂ ਪਾਰਟੀਆਂ ਦੇ ਇਸ ਤਰੀਕੇ ਦੇ ਸੋਸ਼ਲ ਦਖਲ ਦੀ ਜਿਹਨੇ ਪੰਜਾਬ ਨੂੰ ਬਲਦੀ ਦੇ ਬੁੱਥੇ 'ਚ ਪਾ ਦੇਣਾ ਸੀਗਾ, ਜਿਹਨੇ ਬਿਨਾਂ ਵਜ੍ਹਾ ਤੋਂ ਜਿਸ ਪਾਸੇ ਨੂੰ ਪੰਜਾਬ ਉਸ ਵੇਲੇ ਤੁਰ ਗਿਆ ਸੀ, ਜਿਵੇਂ ਗੋਲੀਆਂ ਚੱਲੀਆਂ, ਜੋ ਪੁਲਿਸ ਦੀ ਭੂਮਿਕਾ ਸਾਡੇ ਸਾਹਮਣੇ ਆਉਂਦੀ ਹੈ ਕਿ ਇਸ ਤਰੀਕੇ ਦੇ ਨਾਲ ਝੂਠੀ ਗਵਾਹੀ ਤਿਆਰ ਕਰਨ ਲਈ ਝੂਠੇ ਪੁਲਿਸ ਦੀ ਗੱਡੀ ਲਿਜਾ ਕੇ ਉਹਦੇ ਉੱਤੇ ਗੋਲੀਆਂ ਮਾਰਨੀਆਂ, ਉਹਦੀ ਉਹ ਸਾਰੀ ਦੀ ਸਾਰੀ ਇੱਕ ਡਰਾਮੈਟਿਕ ਅੰਦਾਜ਼ ਦੇ ਵਿੱਚ ਉਹਦਾ ਫਿਲਮਾਂਕਣ ਹੋਣਾ, ਉਹਦੇ ਪਿੱਛੇ ਕਿੰਨੇ ਕੁ ਪੋਲੀਟੀਕਲ ਕਾਰਨ ਸੀ, ਮਨ ਭਾਉਂਦਾ ਕੇਸ ਤਿਆਰ ਕੀਤਾ ਜਾਣਾ, ਜੋ ਹੈ ਤੱਥਾਂ ਨੂੰ ਤਰੋੜ ਮਰੋੜ ਕੇ ਵਿਗਾੜ ਕੇ ਟੈਂਪਰ ਕਰਕੇ ਸਾਰੇ ਦਾ ਸਾਰਾ ਹੈ। ਤਾਂ ਉਹ ਇਹ ਉਹਨਾਂ ਦਾ ਇਹ ਬਿਆਨ ਵੀ ਕਿਤੇ ਨਾ ਕਿਤੇ ਉਸੇ ਹੀ ਪੋਲੀਟੀਕਲ ਘੇਰੇ ਦੇ ਵਿੱਚ ਆ ਜਾਂਦਾ ਹੈ ਕਿ ਭਾਈ ਆਇਆ ਹੁਣ ਅਕਾਲੀ ਦਲ ਨੂੰ ਘੇਰਨ ਵਾਸਤੇ ਕਿਹੋ ਜਿਹੀਆਂ ਗੱਲਾਂ, ਯਾਨੀ ਹੁਣ ਮੈਂ ਅਦਰਵਾਈਜ਼ ਜੇ ਅਸੀਂ ਇਨ ਜਨਰਲ ਦੇਖੀਏ ਯਾਰ, ਮਤਲਬ ਵਾਟ ਡਜ਼ ਇਟ ਮੀਨ, ਪੋਸ਼ਾਕ ਦੀਆਂ ਹੁਣ ਗੱਲਾਂ ਕਰਨੀਆਂ 2013-14-15 ਦੀਆਂ ਉਹ ਘਟਨਾਵਾਂ ਨੇ, ਉਹ ਮਰ ਮੁੱਕ ਗਿਆ, ਉਹ ਜੇਲ੍ਹ 'ਚ ਚਲਿਆ ਗਿਆ, ਉਹ ਆਪਣੀਆਂ ਸਜ਼ਾਵਾਂ, ਉਹ ਕੁੰਠਾਵਾਂ, ਬਿਮਾਰੀਆਂ, ਬਲਾਤਕਾਰ ਦੇ ਦੋਸ਼ ਦੇ ਵਿੱਚ ਉਹ ਸੜ ਰਿਹਾ ਹੈ। ਜਥੇਦਾਰ ਸਾਹਿਬ ਤੋਂ ਇਹ ਇੱਕ ਤਾਂ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰਦੇ ਸੀ, ਇੱਕ ਇਹ ਜਥੇਦਾਰ ਸਾਹਿਬ ਦੀ ਗੱਲ ਕਰਦੇ ਆ ਕਿ ਇਨਸਪੀਰੇਸ਼ਨ ਹੈ, ਕਿਉਂਕਿ ਇਹਨਾਂ ਨੂੰ ਕਿਤੇ ਇਹ ਵੀ ਕਿਤੇ ਦੇਖੋ ਜਿੱਥੇ ਹਾਇਰਾਰਕੀ ਹੁੰਦੀ ਹੈ ਉੱਥੇ ਨਿਰੀ ਧਰਮ ਦੀ ਗੱਲ ਨਹੀਂ ਰਹਿ ਜਾਂਦੀ, ਔਰ ਜਿਹੜੇ ਅਸਲ ਦੇ ਵਿੱਚ ਪਰਸਨੈਲਿਟੀਜ਼ ਦੀ ਗੱਲ ਆ ਜਾਂਦੀ ਹੈ, ਡਿਸਟੈਂਸ ਦੀ ਗੱਲ ਆ ਜਾਂਦੀ ਹੈ। ਲੋਕਾਂ ਨੇ ਜਿਹੜੀ ਵਧੀਆ ਤੰਦਰੁਸਤ ਗੱਲ ਕਰਦੇ ਨੇ ਉਹ ਤਾਂ ਕਹਿੰਦੇ ਨੇ ਇਹ ਕਿ ਭਾਈ ਘੱਟੋ ਘੱਟ ਰਿਲੀਜਨ ਨੂੰ ਤਾਂ ਤੁਸੀਂ ਜ਼ਿੰਦਾ ਰੱਖ ਸਕਦੇ ਹੋ, ਸਪਿਰਿਚੁਅਲਿਜ਼ਮ ਖਤਮ ਹੋ ਜਾਂਦੀ ਹੈ ਜਦੋਂ ਹਾਇਰਾਰਕੀ ਆ ਗਈ, ਧਰਮ ਗਿਆ ਵੈਸੇ। ਬਿਲਕੁਲ ਉਸੇ ਵੇਲੇ ਗਿਆ। ਅਸੀਂ ਪਰੰਪਰਾਵਾਂ ਰਵਾਇਤਾਂ ਨੂੰ ਆਪਣੇ ਹਿੱਤਾਂ ਖਾਤਰ ਤੋਰਦੇ ਹਾਂ, ਉਹਦੇ ਬਚਾਣੇ ਹੁੰਦੇ ਨੇ, ਸਾਰਾ ਕੁਝ ਕਰਨਾ ਹੁੰਦਾ ਬਸ ਤੇ ਇੱਥੇ ਔਰ ਕਿਹਦੇ ਹਿੱਤ ਵਿੱਚ ਭੁਗਤਣਾ ਹੁੰਦਾ ਹੈ, ਤੁਸੀਂ ਆਪਣੇ ਉਹੀ ਅਹੁਦੇਦਾਰੀਆਂ, ਉਹੀ ਹਾਇਰਾਰਕੀ ਨੂੰ ਬਚਾਉਣ ਖਾਤਰ। ਇਹ ਹੁਣ ਜਥੇਦਾਰ ਸਾਹਿਬ ਕਿਸ ਪਾਸੇ ਕੋ ਇਹਨਾਂ ਦੇ ਕੀ ਮੰਤਵ ਹੋ ਸਕਦੇ ਨੇ, ਮਤਲਬ ਪਰ ਜੇ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਤਾਂ ਕਿਸੇ ਨਾ ਕਿਸੇ ਤਰੀਕੇ ਜਿਵੇਂ ਹੁਣ ਤੁਸੀਂ ਅਕਾਲੀ ਦਲ ਨੂੰ ਘੇਰਨ ਵੱਲ ਨੂੰ ਜਾਣ ਵਰਗੀਆਂ ਗੱਲਾਂ ਵੀ ਜਿੱਦਾਂ ਗੱਲ ਆਖਦੇ ਪਏ ਹੋ, ਉਹ ਸ਼ਾਇਦ ਉਹਨੂੰ ਬਾਹਰ ਆਉਣ ਦਾ ਜ਼ਿੰਦਗੀ 'ਚ ਮੌਕਾ ਨਾ ਮਿਲੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ, ਕਿ ਗੱਲਾਂ ਕਿਹੜੇ ਸਾਲਾਂ ਦੀਆਂ ਨੇ, ਔਰ ਕਿਹੜੀਆਂ ਗੱਲਾਂ ਨੇ ਆਪਾਂ ਲੈ ਕੇ ਸਿਰਫ ਜਜ਼ਬਾਤ ਨੂੰ ਭੜਕਾਉਣ ਨੂੰ ਲੈ ਕੇ ਨਾ, ਕਿਉਂਕਿ ਇੱਥੇ ਲੋਕਾਂ ਨੂੰ ਲੱਗਦੀ ਬੜੀ ਜ਼ਿੰਮੇਵਾਰੀ ਵਾਲੀ ਗੱਲ ਕੋਈ ਬਣਦੀ ਨਹੀਂ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ। ਤੁਸੀਂ ਮਤਲਬ ਪੰਜਾਬ ਬਾਰ-ਬਾਰ ਉਹਨਾਂ ਗੱਲਾਂ ਨੂੰ ਉਭਾਰਨਾ, ਬਾਰ-ਬਾਰ ਔਰ ਬੇਮਤਲਬ ਗੱਲਾਂ ਨੂੰ ਉਭਾਰਨਾ। ਅੱਛਾ, ਅਸੀਂ ਚਲੋ ਹੁਣ ਕਿਉਂਕਿ ਗੱਲ ਕਰਦੇ ਹੀ ਪਏ ਹਾਂ, ਜੋ ਸਿਆਸੀ ਗੱਲਾਂ ਹੋਣਗੀਆਂ ਤਾਂ ਸਿਆਸੀ ਮਤਲਬ ਹੋਣਗੇ। ਢੀਂਡਸਾ ਸਾਹਿਬ ਨੂੰ ਵੀ ਇਹ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਇਸ ਮੁੱਦੇ ਦੇ ਕੀ ਆਖਣਾ ਹੈ। ਉਹ ਕਹਿੰਦੇ ਬਈ ਜਿਹੜੀ ਗੱਲ ਜਥੇਦਾਰ ਰਘਬੀਰ ਸਿੰਘ ਹੋਰਾਂ ਨੇ ਕੀਤੀ ਹੈ, ਪੋਸ਼ਾਕ ਨੂੰ ਲੈ ਕੇ ਇਹਨਾਂ ਨੂੰ ਦਿੱਤੀ ਗਈ ਸੀ, ਬਿਲਕੁਲ ਕਿਉਂਕਿ ਬੜਾ ਸੈਂਸਿਟਿਵ ਮਾਮਲਾ ਹੈ। ਦੇਖੋ ਡਾਊਟ ਨਹੀਂ ਇਹਦੇ ਬਾਰੇ, ਨਹੀਂ ਸੈਂਸਿਟਿਵ ਉਸ ਲਈ ਹੋਰ ਜ਼ਿਆਦਾ ਹੋ ਜਾਂਦਾ ਜਦੋਂ ਬਾਰ-ਬਾਰ ਉਭਾਰਿਆ ਜਾਂਦਾ ਹੈ ਔਰ ਮਤਲਬ ਸੋਚ ਸਮਝ ਕੇ ਉਭਾਰਿਆ ਜਾਂਦਾ, ਉਹਨੂੰ ਪੋਲੀਟੀਕਲਾਈਜ਼ਡ ਕੀਤਾ ਜਾਂਦਾ ਹੈ ਖਾਸ ਤੌਰ ਦੇ ਉੱਤੇ। ਉਦੋਂ ਇਤਰਾਜ਼ ਹੋਏ ਸੀ, ਉੱਠੇ ਸੀ, ਹਰ ਕਿਸੇ ਨੂੰ ਤਕਲੀਫ ਹੋਈ ਸੀ ਕਿ ਯਾਰ ਇਹ ਕੀ ਲੱਗ ਰਿਹਾ ਹੈ, ਇਹ ਤਾਂ ਸਾਨੂੰ ਪਿੱਛੇ 10ਵੀਂ ਪਾਤਸ਼ਾਹੀ ਕੇਸ ਪਾਸੇ ਨੂੰ ਲਿਜਾਣਾ ਚਾਹੁੰਦਾ ਹੈ, ਉਹ ਸਾਧ ਵੀ ਕੇਸ ਪਾਸੇ ਨੂੰ ਲਿਜਾਣਾ ਚਾਹੁੰਦਾ। ਉਹ ਹੈ ਕੌਣ ਸੀ, ਉਹ ਹੈ ਕੌਣ ਸੀ, ਪ੍ਰੋਗਰਾਮ ਕੀ ਸੀ ਚੱਲਦਾ ਨਹੀਂ, ਤੇ ਉਸ ਵੇਲੇ ਸਾਰੇ ਅਕਾਲੀ ਉਹਦੇ ਪੈਰੀ ਪਏ ਹੋਏ ਸੀ। ਇਹ ਸਾਰਾ ਐਡਾ ਡੇਰਾ ਬਣਾ ਕੇ ਕੀ ਕਰਦੇ ਪਏ ਸੀ, ਉਸ ਵੇਲੇ ਪ੍ਰਾਪਰਟੀ ਅਸੈਟਸ ਕ੍ਰੀਏਟ ਕਰਦੇ ਪਏ ਸੀ, ਲੋਕਾਂ ਨੂੰ ਧਮਕਾ ਕੇ ਥਾਵਾਂ ਲੈਣੀਆਂ, ਉਹ ਸਰਕਾਰਾਂ ਡਿਸਾਈਡ ਕਰਨ ਰਹੇ ਸੀ ਜਿਸਮ ਫਰੋਸ਼ੀ ਨਾਲ। ਮੈਂ ਕਿਹਾ ਸਰਕਾਰਾਂ ਡਿਸਾਈਡ ਕਰਦੇ ਸੀ ਤੇ ਸਰਕਾਰਾਂ ਉਹਨਾਂ ਨੂੰ ਉਹ ਸਾਰੇ ਫੰਡਿੰਗਸ ਹੋ ਰਹੀਆਂ ਸੀਗੀਆਂ, ਹਰਿਆਣਾ ਸਰਕਾਰ ਦੀਆਂ ਅਲੱਗ ਹੋ ਰਹੀਆਂ, ਪੰਜਾਬ ਸਰਕਾਰ ਦੀਆਂ ਅਲੱਗ ਹੋ ਰਹੀਆਂ ਸੀ। ਢੀਂਡਸਾ ਸਾਹਿਬ ਨੇ ਵੀ ਇਸ ਗੱਲ ਦਾ ਮਰ ਦਿੱਤਾ। ਢੀਂਡਸਾ ਸਾਹਿਬ ਕਹਿੰਦੇ ਆ ਵੀ ਦੇਖੋ ਜੇ ਸੁਖਬੀਰ ਬਾਦਲ
ਹੋਰਾਂ ਤੇ ਇਹ ਇਲਜ਼ਾਮ ਹੈ ਜਾਂ ਉਹਨਾਂ ਅਜਿਹਾ ਕੀਤਾ ਹੈ, ਨਿੱਜੀ। ਇਹ ਉਹਨਾਂ ਦਾ ਨਿੱਜੀ ਜ਼ਾਤੀ ਫੈਸਲਾ ਸੀ। ਅਕਾਲੀ ਦਲ ਦਾ ਇਸ ਗੱਲ ਨਾਲ ਕੋਈ ਤਲਕ ਨਹੀਂ ਸੀ। ਕਿਉਂਕਿ ਢੀਂਡਸਾ ਸਾਹਿਬ ਉਸ ਵੇਲੇ ਅਕਾਲੀ ਦਲ ਦੇ ਵਿੱਚ ਸੀਗੇ ਤੇ ਕੌਣ ਨਹੀਂ ਜਾਣਦਾ ਵੀ ਸਮੇਤ ਬਾਦਲਾਂ ਦੇ ਢੀਂਡਸੇ ਹੋਰੀ ਸਾਰੇ ਦੇ ਸਾਰੇ ਉਸ ਡੇਰੇ ਸਾਧ ਦੇ ਚੱਕਰ ਕੱਟਦੇ ਹੁੰਦੇ ਸੀਗੇ। ਨਹੀਂ, ਹੁਣ ਫਿਰ ਉਹ ਕਹਿੰਦੇ ਨੇ ਕਿ ਕੌਣ ਨਹੀਂ ਜਾਣਦਾ? ਇਹ ਦੋਸ਼ ਸਾਬਤ ਹੋ ਮਤਲਬ ਜਾਏ, ਪੋਸ਼ਾਕ ਦੇਣੀ ਤੇ ਚੱਕਰ ਕੱਟਣੇ ਤੇ ਸਪੋਰਟ ਕਰਨੀ, ਔਰ ਤੁਸੀਂ ਉਹਨਾਂ ਕੋਲ ਵੋਟਾਂ ਮੰਗਣ ਜਾਓਗੇ, ਮਾਫ ਕਰਨਾ ਜੋ ਬਾਅਦ ਦੇ ਵਿੱਚ ਸਾਰੇ ਦਾ ਸਾਰਾ ਹੋਇਆ ਜਿਸ ਤਰੀਕੇ ਨਾਲ ਫਿਰ ਉਸ ਵੇਲੇ ਢੀਂਡਸਾ ਸਾਹਿਬ ਵਿੱਚ ਹੈ, ਜਿਸ ਵੇਲੇ ਕਲੀਨ ਚਿੱਟ ਦਿੱਤੀ ਜਾਂਦੀ ਹੈ ਅਕਾਲ ਤਖਤ ਸਾਹਿਬ ਤੋਂ ਡੇਰਾ ਸੱਚੇ ਸੌਦੇ ਨੂੰ। ਅੱਜ ਫਿਰ ਢੀਂਡਸਾ ਸਾਹਿਬ ਫਿਰ ਇਹ ਗੱਲ ਕੜੇ ਪਾਸਿਓਂ ਕਹਿ ਰਹੇ ਕਿਸੇ ਨੇ, ਵੀ ਨੈਤਿਕ ਆਧਾਰ ਤੇ ਇਖਲਾਕ ਨਾਲ ਕਹਿ ਰਹੇ ਨੇ ਕਿ ਜੇ ਦੋਸ਼ ਸਾਬਤ ਹੋ ਜਾਏ ਕੋਈ ਅਖਲਾਕੀ ਗੱਲ ਨਹੀਂ, ਪੰਥ ਵਿੱਚੋਂ ਛੇਕਦੇ, ਸਿੱਧੀ ਗੱਲ ਪੰਥ ਤੋਂ ਛੇਕਣ ਤੇ ਲੈ ਕੇ ਆਉਂਦੇ ਨੇ। ਕੋਈ ਅਖਲਾਕੀ ਗੱਲ ਨਹੀਂ, ਐਡੇ ਸੀਨੀਅਰ ਲੀਡਰ ਦੇ ਵਾਸਤੇ ਕੋਈ ਅਖਲਾਕੀ ਗੱਲ ਨਹੀਂ ਆ। ਜਿਸ ਵੇਲੇ ਡੇਰਾ ਪ੍ਰੇਮੀ ਨੂੰ ਮਾਫੀਆਂ ਮੰਗੀਆਂ, ਢੀਂਡਸਾ ਅਕਾਲੀ ਦਲ ਦਾ ਲੀਡਰ ਸੀ, ਸੀਨੀਅਰ ਲੀਡਰ, ਉਸ ਵੇਲੇ ਬਗਾਵਤ ਕੋਈ ਨਹੀਂ ਕੀਤੀ, ਉਸ ਵੇਲੇ ਗੱਲ ਕੋਈ ਨਹੀਂ ਕੀਤੀ ਤੁਸੀਂ। ਔਰ ਉਹ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਕੋਈ ਨਹੀਂ ਹੈਗੇ। ਅਕਾਲੀ ਦਲ ਨੂੰ ਡਿਫੈਂਡ ਕਰ ਰਹੇ ਨੇ ਉਸ ਵੇਲੇ ਪਤਾ ਨਹੀਂ ਜੀ ਇਹਨਾਂ ਦੀ ਗੱਲ ਦੇ ਮਾਮਲੇ 'ਚ ਸਮਝ ਕਿਹਨੂੰ ਆਣੀ ਹੈ, ਇਹਨਾਂ ਦੇ ਆਪਣਿਆਂ ਨੂੰ ਆਸ-ਪਾਸ ਨੂੰ ਆਣੀ ਹੋਣੀ ਹੈ। ਨਾਲ ਉਹਨਾਂ ਨੇ ਇਹ ਵੀ ਆਖਿਆ, ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਇਹ ਜਦੋਂ ਪੋਸ਼ਾਕ ਦੀ ਗੱਲ ਦੇ ਨਾ ਕਹਿੰਦੇ ਵੀ ਜਿੱਥੋਂ ਤੱਕ ਬੇਅਦਬੀ ਦਾ ਤਾਲੁਕ ਹੈ, ਇਹਦਾ ਜਵਾਬ ਅਸੀਂ SGPC ਦੀਆਂ ਚੋਣਾਂ ਲੜ ਕੇ ਰਵਾਂਗੇ। ਕੀ ਕਹਿਣਾ ਚਾਹੁੰਦੇ ਹੋ? ਪਤਾ ਨਹੀਂ ਕੀ ਵੀ ਤੁਸੀਂ ਆਪਣੀ ਇਸ ਵੇਲੇ ਆਪਣੀ ਆਜ਼ਾਦ ਹਸਤੀ ਖੜੀ ਕਰਨਾ ਚਾਹੁੰਦੇ ਹੋ? ਗੱਲ ਸਮਝ ਮਤਲਬ ਲੋਕ ਬੇਵਕੂਫ ਨੇ। ਮੈਨੂੰ ਤਾਂ ਐਂ ਲੱਗਦਾ ਹੁੰਦਾ ਹੈ ਇਹਨਾਂ ਲੀਡਰਸ਼ਿਪ ਦਾ ਨਾ, ਕਿ ਵੀ ਲੋਕਾਂ ਨੂੰ ਨਹੀਂ ਸਮਝ ਹੈ ਅਸੀਂ ਜੋ ਕਰਦੇ ਹਾਂ, ਜੋ ਕਹਿੰਦੇ ਹਾਂ, ਅਸੀਂ ਟਰੂਥ, ਅਸੀਂ ਸੱਚਾਈ ਦੇ ਉੱਤੇ ਚੱਲਣ ਵਾਲੇ, ਅਸੀਂ ਦੁੱਧ ਧੋਤੇ, ਅਸੀਂ ਉਹ ਸਾਰਾ, ਉਹਨਾਂ ਨੂੰ ਐਂ ਲੱਗਦਾ ਕਿ ਲੋਕ ਸਾਰਾ ਕੁਝ ਭੁੱਲ ਜਾਂਦੇ ਨੇ। ਉਹ ਭਾਈ ਤੁਸੀਂ ਕੱਲ ਅਕਾਲੀ ਦਲ ਛੱਡਿਆ, ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਸੁਖਬੀਰ ਬਾਦਲ ਤੇ ਪਾਉਂਦੇ ਹੋ, ਚਾਹੇ ਉਹ ਬ੍ਰਹਮਪੁਰਾ ਹੋਣੀ ਪਾਉਣ, ਚਾਹੇ ਟਕਸਾਲੀ ਅਕਾਲੀ ਪਾਉਣ, ਚਾਹੇ ਢੀਂਡਸਾ ਪਾਉਣ, ਪਰਮਿੰਦਰ ਢੀਂਡਸਾ ਪਾਉਣ, ਤੁਸੀਂ ਸਾਰਿਆਂ ਨੇ ਮੰਤਰੀ ਪਦ ਲਏ, ਤੁਸੀਂ ਸਾਰਿਆਂ ਨੇ MP-ਸ਼ਿਪਾਂ ਲਈਆਂ, ਆਪਣੇ ਬੇਟੇ ਕਮੇਟੀਆਂ ਦੇ ਚੇਅਰਮੈਨ ਬਣਾਏ। ਕਿਹਦੀ ਗਿਣਤੀ ਕਰੀਏ ਅਸੀਂ ਸਾਰੀ ਦੀ ਸਾਰੀ? ਤੇ ਜੇ ਮਾੜੀ ਜੀ ਹਾਰ ਗਏ ਤਾਂ ਤੁਸੀਂ ਸਾਰੇ ਦੇ ਸਾਰੇ ਚਿੱਟੇ। ਤੇ ਮੈਂ ਕੋਈ ਸੁਖਬੀਰ ਬਾਦਲ ਦੇ ਫੇਵਰ 'ਚ ਸਾਨੂੰ ਕੀ ਲੋੜ ਪਈ ਹੈ ਇਸ ਗੱਲ ਦੀ? ਉਹ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਚੱਕਣ, ਪਰ ਭਾਈ ਇਹ ਵੀ ਜ਼ਿੰਮੇਵਾਰੀ ਤੋਂ ਥੋੜੀ ਭੱਜ ਸਕਦੇ ਨੇ। ਨਵੀਆਂ ਸਾਫ਼ਬੰਦੀਆਂ ਨੇ ਇਹਦੇ ਬਾਰੇ ਗੱਲਾਂ ਹੋਰ ਕਰਨੀਆਂ ਨੇ। ਅਕਾਲੀ ਦਲ ਦੇ ਨਾਲ ਪਾਈਵਾਲੀ ਹੈ, BJP ਦੋਹਾਂ ਦੀ ਪਾਈਵਾਲੀ ਹੈ, ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਅਪਸ ਐਂਡ ਡਾਊਨਸ ਵੇਖਣ ਨੂੰ ਮਿਲਦੇ ਨੇ, ਇੰਟਰਨਲੀ ਐਕਸਟਰਨਲੀ ਨਾ ਵੀ ਮਿਲਣ। ਨਵੀਆਂ ਗੱਲਾਂ ਵੀ ਵਿੱਚ ਚੱਲਦੀਆਂ ਨੇ ਕਿ ਆਉਣ ਵਾਲੇ ਦਿਨਾਂ ਮਹੀਨਿਆਂ ਦੇ ਵਿੱਚ BJP ਤੇ ਢੀਂਡਸਾ ਹੋਰਾਂ ਵਾਲੇ ਅਕਾਲੀ ਦਲ ਦਾ ਵੀ ਕੋਈ ਆਪਸ ਦੇ ਵਿੱਚ ਰਲੇਵਾਂ ਹੋ ਸਕਦਾ ਹੈ। ਇਹ ਗੱਲ ਨਹੀਂ ਕਰਾਂਗੇ ਅਸੀਂ ਇੱਥੇ, ਇਸ ਮੁੱਦੇ ਨੂੰ ਛੱਡ ਦਿੰਦੇ ਹਾਂ। ਅਸੀਂ ਜਥੇਦਾਰ ਸਾਹਿਬ ਤੋਂ ਗੱਲ ਸ਼ੁਰੂ ਕਰਕੇ ਗਾਂ ਤੁਰਦੇ ਇਸ ਮੁਕਾਮ ਤੇ ਪਹੁੰਚੇ ਹਾਂ। ਅਸੀਂ ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਵਿੱਚ ਕਾਲੀ ਜੀ ਗੱਲ ਕਰਾਂਗੇ ਕੋਵਿਡ ਦੀ, ਤੇ ਕੋਵਿਡ ਕਰੋਨਾ ਨੂੰ ਲੈ ਕੇ ਸੀਰੀਅਸ ਮੈਟਰ ਹੋ ਗਿਆ। ਅਸੀਂ ਲੰਬੇ ਸਮੇਂ ਤੋਂ ਕੁਝ ਗੱਲਾਂ ਬਾਤਾਂ ਕੀਤੀਆਂ ਨਹੀਂ, ਪਰ ਡਿਊਰਿੰਗ ਦਿਸ ਪੀਰੀਅਡ ਬਹੁਤ ਸੀਰੀਅਸ ਵਰਲਡ ਲੈਵਲ ਦੇ ਉੱਤੇ ਦੁਨੀਆ ਦੇਸ਼ ਸਾਰੇ ਪ੍ਰਭਾਵਿਤ ਨੇ। ਪੰਜਾਬ ਪ੍ਰਭਾਵਿਤ ਹੈ। ਪੰਜਾਬ ਨੇ ਤਾਂ ਸਭ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਮੋਦੀ ਹੋਰਾਂ ਨੇ 25 ਮਾਰਚ ਨੂੰ ਕੀਤਾ ਸੀ। ਸਾਡੇ ਲਾਕਡਾਊਨ ਅਸੀਂ 24 ਨੂੰ ਕਰਫਿਊ ਲਾਤਾ ਸੀ ਕੈਪਟਨ ਸਰਕਾਰ ਨੇ। ਉਹ ਕੋਸ਼ਿਸ਼ ਇਹ ਸੀ ਇਹਨੂੰ ਮਤਲਬ ਇਸ ਤੋਂ ਪਹਿਲਾਂ ਕਿ ਉਹ ਬਾਹਰ ਆਵੇ ਤੇ ਠੱਲ ਪਾ ਲਈ ਜਾਵੇ, ਲੇਕਿਨ ਇਸ ਨੇ ਸਾਨੂੰ ਅਜੇ ਅਸੀਂ ਗੱਲ ਜਾਣਦੇ ਹਾਂ, ਸਾਨੂੰ ਇਹਨੇ ਹੋਰ ਮਾੜੇ ਦਿਨ ਵਿਖਾਉਣੇ ਹੈ। ਯਾਰ ਤਾਂ ਹਾਲਾਤ ਦੇਖੋ ਨਾ, ਪਸਾਰ ਵੀ ਇਸ ਤਰ੍ਹਾਂ ਦਾ ਹੈ ਔਰ ਮਾਹਰਾਂ ਦੀ ਰਾਏ ਵੀ ਇਸ ਤਰ੍ਹਾਂ ਦੀ ਹੈ। ਬਿਲਕੁਲ ਤੇ ਲੋਕ ਅਸੀਂ ਸਾਡੇ ਆਸ-ਪਾਸ ਹਰ ਪਾਸੇ ਲੋਕ ਮੁਤਾਸਰ ਪ੍ਰਭਾਵਿਤ ਹੈਗੇ ਨੇ, ਔਰ ਇਸ ਪਿੱਛੇ ਸ਼ੁਰੂ ਤੋਂ ਹੀ ਗੱਲ ਚੱਲੀ ਸੀ ਜਿੰਨੀ ਟੈਸਟਿੰਗ ਹੋ ਸਕੇ ਕਰੋ, ਤਾਂ ਕਿ ਲੋਕਾਂ ਦੀ ਨਿਸ਼ਾਨਦੇਹੀ ਹੋਵੇ, ਤਾਂ ਕਿ ਉਹਨਾਂ ਨੂੰ ਵੱਖਰਾ ਕੀਤਾ ਜਾ ਸਕੇ, ਇਲਾਜ ਕੀਤਾ ਜਾਵੇ। ਅੱਜ ਭਾਰਤ ਦੇਖੋ 1 ਮਿਲੀਅਨ 10 ਲੱਖ ਨੂੰ ਭਾਰਤ ਪਹੁੰਚ ਗਿਆ, 10 ਲੱਖ ਨੂੰ ਪਾਰ ਕਰ ਗਏ ਹਾਂ ਅਸੀਂ। ਔਰ ਜੇ ਅਸੀਂ ਚਲੋ ਪੰਜਾਬ ਦੀ ਮੈਂ ਗੱਲ ਲੱਗਾ ਸੀ ਕਰਨ, ਤੇ ਤੁਸੀਂ ਭਾਰਤ ਦੀ ਗੱਲ ਕੀਤੀ ਸੀ, ਭਾਰਤ ਦੀ ਕਰ ਲੈਂਦੇ ਹਾਂ। ਜਿਸ ਤਰ੍ਹਾਂ ਤੁਸੀਂ ਮੈਨੂੰ ਪ੍ਰੋਗਰਾਮ ਦੇ ਪਹਿਲੋਂ ਹੀ ਜ਼ਿਕਰ ਪੇ ਕਰਦੇ ਸੀ, ਪਹਿਲੇ 25 ਲੱਖ ਕਿੰਨੇ ਦਿਨਾਂ 'ਚ ਹੋਏ ਜੀ? 98 ਦਿਨਾਂ ਦੇ ਵਿੱਚ। 98 ਔਰ ਮੁੜ ਕੇ ਅਸੀਂ ਫਿਰ ਕਿਸ ਤਰ੍ਹਾਂ 25 ਲੱਖ ਮੈਂ ਸੌਰੀ ਕਹਿ ਰਿਹਾ, ਪਹਿਲੇ 2.5 ਲੱਖ, ਪਹਿਲੇ 2.5 ਲੱਖ ਯੈਸ 98 ਦਿਨਾਂ ਦੇ ਵਿੱਚ, ਫਿਰ 2.5 ਲੱਖ 12 ਦਿਨਾਂ ਦੇ ਵਿੱਚ। ਔਰ ਮਤਲਬ ਹੁਣ ਕੀ ਹੋ ਰਿਹਾ ਹੈ ਕਿ ਹੁਣ ਸਾਨੂੰ ਮਾਹਰ ਇਹ ਦੱਸਦੇ ਪਏ ਨੇ ਕਿ ਜਿਹੜੇ 10 ਲੱਖ ਅਸੀਂ ਪਾਰ ਕਰ ਗਏ ਅੰਕੜਾ, ਅੱਜ ਤਰੀਕ 17 ਜੁਲਾਈ ਹੈ ਜੀ, ਰਿਕਾਰਡਿੰਗ ਅਸੀਂ ਫਰਾਈਡੇ ਕਰਦੇ ਹਾਂ ਜੀ ਪ੍ਰੋਗਰਾਮ ਦੀ, ਤੇ ਵੀਰਵਾਰ ਦੀ ਮਤਲਬ ਫਿਗਰ ਅਸੀਂ ਲੈ ਰਹੇ ਹਾਂ 10 ਲੱਖ ਨੂੰ ਪਾਰ ਹੋ ਗਿਆ। ਅੱਜ ਹੋਰ ਕੇਸ ਹੈ, ਕਿਉਂਕਿ ਕੱਲ ਜਿਹੜੇ ਬੀਤੇ 24 ਘੰਟੇ ਦੀ ਆਉਂਦੀ ਹੈ ਰਿਪੋਰਟ, ਤਾਂ ਉਹ 36,000 ਪਲੱਸ ਕੇਸ ਇੰਕਰੀਜ਼ ਹੋਏ ਸੀ। ਉਸ ਲਿਹਾਜ਼ ਨਾਲ ਦੱਸਦੇ ਪਏ ਨੇ ਕਿ 1 ਮਹੀਨੇ ਤੋਂ ਘੱਟ ਸਮੇਂ ਦੇ ਵਿੱਚ ਇਹ ਕੇਸ ਦੂਣੇ ਹੋ ਜਾਣਗੇ। ਔਰ ਅਸੀਂ ਇਹ ਵੀ ਜਾਣਦੇ ਹਾਂ ਕੇਸਾਂ ਦੇ ਮਾਮਲੇ ਦੇ ਵਿੱਚ ਅਸੀਂ ਦੁਨੀਆ 'ਚ ਤੀਜੇ ਨੰਬਰ ਤੇ ਆ ਚੁੱਕੇ ਹਾਂ।
ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ। ਜੇ ਮੈਂ ਇੱਕ ਹੁਣੇ ਲੇਟੈਸਟ ਡਿਟੇਲ ਦੇਖ ਰਿਹਾ ਸੀ ਆਨਲਾਈਨ ਕਿ 3 ਮੁਲਕਾਂ ਦਾ ਮੈਂ ਨਾਂ ਲਿਆ, ਚੌਥਾ ਜੇ ਰਸ਼ੀਆ ਜੋੜ ਦਈਏ ਤਾਂ ਦੁਨੀਆ ਦੇ ਕੁੱਲ ਕੇਸਾਂ ਦਾ 54% ਇਹਨਾਂ 4 ਮੁਲਕਾਂ ਦੇ ਵਿੱਚ ਹੈ। ਬਿਲਕੁਲ ਬਿਲਕੁਲ। ਅਸੀਂ ਹੁਣ ਪੰਜਾਬ ਦੀ ਗੱਲ ਕਰਨੀ ਹੈ ਕਾਲੀ ਜੀ। ਪੰਜਾਬ ਪਿਛਲੇ 24 ਘੰਟਿਆਂ 'ਚ 295 ਕੇਸ ਔਰ 9 ਮੌਤਾਂ ਤਾਜ਼ਾ ਜੇ ਦੇਖਿਆ ਤਾਂ ਉਹ ਰਿਪੋਰਟ ਅੱਜ ਆ ਰਹੀ ਸੀ। 9000 ਕੇਸ ਅਸੀਂ ਪਾਰ 9000 ਕੇਸ ਪਾਰ ਕਰ ਗਏ। ਪਿੱਛੇ ਇੱਕ ਕੱਲ ਦਾ ਤਾਜ਼ਾ ਫੈਸਲਾ ਜਿਹੜਾ ਹੈ ਰੇਟਾਂ ਨੂੰ ਲੈ ਕੇ, ਲੇਕਿਨ ਪਿੱਛੇ 5 ਦਿਨ ਪਹਿਲਾਂ, ਅੱਜ 17 ਤਰੀਕ ਹੈ ਮੇਰੇ ਖਿਆਲ, 12 ਜੁਲਾਈ ਵਾਲੇ ਦਿਨ ਪੰਜਾਬ ਨੇ ਕੁਝ ਸਖਤਾਈਆਂ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਪ੍ਰੈਸ ਬਿਆਨ ਰਾਹੀਂ ਕੁਝ ਸਖਤਾਈਆਂ ਜਿਵੇਂ ਪਹਿਲਾਂ ਵਿਆਹ ਸ਼ਾਦੀਆਂ ਦੇ ਉੱਤੇ 50 ਦੇ ਕਰੀਬ ਥੋੜੀ ਖੁੱਲ੍ਹ ਦੇਤੀ ਸੀਗੀ, ਥੋੜਾ ਅਰਥਚਾਰੇ ਨੂੰ ਵੀ ਥੋੜਾ ਸਹਾਰਾ ਮਿਲੇ, ਲੋਕ ਆਪਣਾ ਕੁਝ ਸਮਾਜਿਕ ਕਾਰਜ ਵੀ ਕਰ ਸਕਣ, ਸੋਸ਼ੋ ਕਲਚਰਲ ਕਾਰਜ ਆਪਣੇ ਕਰ ਸਕਣ। ਤਾਂ ਕਿਸੇ ਵੀ ਵਿਆਹ ਸ਼ਾਦੀ ਦੇ ਉੱਤੇ ਜਾਂ ਮੌਤ ਦੇ ਉੱਤੇ 50 ਦੇ ਕਰੀਬ ਲੋਕਾਂ ਦੇ ਫਰਕ ਰੱਖ ਕੇ ਮਾਸਕ ਪਹਿਨ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਉਹ ਸਖਤੀ ਵਰਤਦਿਆਂ ਇਸ ਹਾਲਾਤ ਦੇ ਮੱਦੇਨਜ਼ਰ ਜਿਵੇਂ ਦੁੱਗਣਿਆਂ ਦੀ ਗੱਲ ਅਸੀਂ ਕਰ ਰਹੇ ਹਾਂ, ਸੰਸਕਾਰ ਤੇ ਜਾਣਾ ਤੇ 20 ਲੋਕ ਜਾ ਸਕਦੇ ਸੀ। ਤਾਂ 30 ਲੋਕਾਂ ਤੱਕ ਉਹ ਸਾਰੇ ਦਾ ਸਾਰਾ 50 ਤੋਂ 30 ਤੇ ਲੈ ਆਂਦਾ ਔਰ ਕੁਝ ਹੋਰ ਵੀ ਹੈ ਜਨਤਕ ਕੱਟ ਨੂੰ ਲੈ ਕੇ ਵੀ, ਮਤਲਬ ਇਹ ਹੈ ਉਹਦੇ ਵਿੱਚ ਇੱਕ, ਹਾਲਾਂਕਿ ਮੇਰਾ ਉਹਦੇ ਤੇ ਇਤਰਾਜ਼ ਹੈ ਇੱਕ ਜਰਨਲਿਸਟ ਹੋਣ ਦੇ ਨਾਤੇ ਕਿ ਉਹਨਾਂ ਨੇ ਇਹ ਵੀ ਕਹਿਤਾ ਕਿ ਜਨਤਕ ਇਕੱਠ ਜਿਹੜੀਆਂ ਸੰਸਥਾਵਾਂ ਕੁਝ ਹੱਕੀ ਮੰਗਾਂ ਵਾਸਤੇ ਇਕੱਠ ਕਰਨਾ ਚਾਹੁਣਗੀਆਂ, ਰੋਸ ਪ੍ਰਦਰਸ਼ਨ ਕਰਨਾ ਚਾਹੁਣਗੀਆਂ, ਉਹਦੇ ਤੇ ਮੁਕੰਮਲ ਰੋਕ, ਯਾਨੀ ਉਹ ਕਾਨੂੰਨ ਦੀ ਉਲੰਘਣਾ ਹੋਏਗੀ। ਇਸ ਤਰੀਕੇ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ, ਹਾਲਾਂਕਿ ਜਮਹੂਰੀ ਢਾਂਚੇ ਦੇ ਵਿੱਚ ਇਹ ਬਿਆਨ ਕੋਈ ਮਤਲਬ ਲੋਕਾਂ ਦੀ ਆਵਾਜ਼ ਦਬਾਉਣ ਵਰਗਾ ਬਿਆਨ ਨਹੀਂ ਕਹਿ ਸਕਦੇ ਆ। ਉਹਨਾਂ ਦੀ ਅਪੀਲ ਵੀ ਹੈ ਜਥੇਬੰਦੀਆਂ ਨੂੰ, ਉਹ ਬਾਅਦ ਦੇ ਵਿੱਚ ਆਈ ਅਪੀਲ। ਪਹਿਲਾਂ ਉਹਨਾਂ ਨੇ ਸਖਤੀ ਹੀ ਵਰਤੀ ਹੈ, ਉਹ ਬਾਅਦ ਦੇ ਵਿੱਚ ਦੂਜੇ ਤੀਜੇ ਦਿਨ ਦੀ ਅਪੀਲ ਹੈ ਕਿ ਭਾਈ ਜਿਹਦੇ ਵਿੱਚ ਕੁਝ ਪਾਰਟੀਆਂ ਨੇ ਵੀ ਫਿਰ ਸਹਿਯੋਗ ਕੀਤਾ। ਕਾਂਗਰਸ ਨੇ ਆਪਣੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ, ਅਕਾਲੀ ਦਲ ਨੇ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਪੋਲੀਟੀਕਲ ਮੁਲਤਵੀ ਕਰ ਦਿੱਤੇ, ਜਾਂ ਵਰਚੁਅਲ ਰੈਲੀਜ਼ ਦੀ ਗੱਲ ਕਾਂਗਰਸ ਕਰ ਰਹੀ ਸੀ, ਪਰੰਤੂ ਪਹਿਲਾਂ ਉਹਨਾਂ ਦਾ ਬੜੀ ਸਖਤ ਹਦਾਇਤ ਸੀ। ਔਰ ਫਿਰ ਕਿਸਾਨਾਂ ਦੇ ਮੱਦੇਨਜ਼ਰ ਕਿਸਾਨ ਜਿਵੇਂ ਪੰਜਾਬ ਦਾ ਮਰ ਰਿਹਾ, ਜਿਵੇਂ ਉਹਦੀ ਸੰਘੀ ਨੱਪੀ ਜਾ ਰਹੀ ਹੈ ਸੈਂਟਰ ਵੱਲੋਂ, ਅਸੀਂ ਸਾਰੇ ਆਰਡੀਨੈਂਸ ਦੇ ਹਵਾਲੇ ਦੇ ਨਾਲ ਗੱਲਾਂ ਕਰਦੇ ਹਾਂ, ਤਾਂ ਉਹਨਾਂ ਦੇ ਉਸ ਮੁਜ਼ਾਹਰਿਆਂ ਦੇ ਉੱਤੇ ਜਾਂ ਬਿਜਲੀ ਦੇ ਜਾਂ ਪਾਵਰਕਾਮ ਦੇ ਠੇਕੇਦਾਰਾਂ ਨੇ ਉਹਨਾਂ ਲੋਕਾਂ ਨੇ ਤਾਂ ਮੁਜ਼ਾਹਰਾ ਕਰ ਹੀ ਦਿੱਤਾ ਬਾਵਜੂਦ ਇਸ ਸਾਰੇ ਐਲਾਨਨਾਮੇ ਦੇ। ਸੋ ਇਹ ਉਹ ਕੁਝ ਸਖਤੀਆਂ ਹੈ, ਮਾਸਕ ਦੀ ਬਹੁਤ ਸਖਤੀ ਸੀ। ਅੱਜ ਮੈਂ ਦੇਖ ਰਿਹਾ ਸੀ ਕੱਲ ਹੁਕਮ ਤੋਂ ਬਾਅਦ ਪੁਲਿਸ ਪੁਲਿਸ ਹੋਰ ਜ਼ਿਆਦਾ ਸੀਰੀਅਸ ਹੈ। ਔਰ ਤੁਸੀਂ ਸ਼ਾਇਦ ਤੁਹਾਨੂੰ ਥੋੜਾ ਉੱਥੇ ਦਾ ਮਾਹੌਲ ਤੁਸੀਂ ਬਿਹਤਰ ਜਾਣਦੇ ਹੋ। ਅਮਰੀਕਾ ਦੇ ਵਿੱਚ ਤਾਂ ਆਜ਼ਾਦੀਆਂ ਲੋਕਾਂ ਨੇ ਲਿੱਤੀਆਂ ਇੰਨੀਆਂ ਡਾਢੀਆਂ ਨੇ ਔਰ ਨੁਕਸਾਨ ਵੀ ਉਹਨੇ ਝੱਲਣੇ ਪਏ ਨੇ। ਤੇ ਸਾਡੇ ਇੱਥੇ ਇਸ ਤਰ੍ਹਾਂ ਹੈ ਜੀ ਕਿ ਜਿਹੜੀ ਮਾਸਕ ਪਾਉਣਾ ਜ਼ਰੂਰੀ ਹੈ, ਨਹੀਂ ਤਾਂ ਜੁਰਮਾਨਾ ਹੈ। ਅਸੀਂ ਇੱਕ ਦਿਨ 'ਚ 5-5 ਹਜ਼ਾਰ ਚਲਾਨ ਕਰਕੇ 25-25 ਲੱਖ ਰੁਪਇਆ 500 ਰੁਪਏ ਦੇ ਹਿਸਾਬ ਨਾਲ ਪੁਲਿਸ ਨੇ ਇਕੱਠਾ ਕੀਤਾ। ਅੱਜ ਮੈਂ ਜਦੋਂ ਸਵੇਰੇ ਆ ਰਿਹਾ ਸੀ, ਸਾਡੇ ਇੱਥੇ ਇਸ ਤਰ੍ਹਾਂ ਹੈ ਜੀ ਕਿ ਜੇ ਤੁਸੀਂ ਇਕੱਲਿਆਂ ਕਾਰ 'ਚ ਸ਼ੀਸ਼ੇ ਬੰਦ ਕਰਕੇ, ਯਾਨੀ ਕਿ ਏਸੀ ਚੱਲਦਾ ਪਿਆ ਜਾ ਰਹੇ ਹੋ, ਤਾਂ ਵੀ ਮਾਸਕ ਪਾ ਕੇ ਰੱਖਣਾ ਜ਼ਰੂਰੀ ਹੈ। ਪਿੱਛੇ ਇਸ ਤਰ੍ਹਾਂ ਪਟਿਆਲੇ ਇੱਕ ਡਾਕਟਰ ਦਾ ਚਲਾਨ ਹੋਇਆ ਸੀ, ਐਸਐਸਪੀ ਦੇ ਸਿਵਲ ਸਰਜਨ ਆਪਸ 'ਚ ਲੜ ਪਏ ਸੀ। ਉਹ ਕਹਿੰਦੇ ਵੀ ਤੁਹਾਨੂੰ ਕਾਨੂੰਨ ਨਹੀਂ ਪਤਾ, ਤੁਹਾਨੂੰ ਨਹੀਂ ਪਤਾ। ਸਿਵਲ ਸਰਜਨ ਨੇ ਫਾਈਲ ਫਿਰ ਡਾਇਰੈਕਟਰ ਹੈਲਥ ਨੂੰ ਭੇਜੀ ਹੈ ਜੀ। ਬਿਲਕੁਲ ਇਹ ਸਾਡੀ ਇੱਥੋਂ ਦੀ ਸਥਿਤੀ ਇਸ ਤਰ੍ਹਾਂ ਦੀ ਹੈ। ਔਰ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਗੱਲ ਮੈਂ ਵੈਸੇ ਪੰਜਾਬ ਦੀ ਕਰ ਰਿਹਾ ਸੀ, ਪਰ ਕਿਉਂਕਿ ਦੇਸ਼ ਦੁਨੀਆ ਦੀ ਗੱਲ ਹੈ, ਦਰਸ਼ਕ ਸਾਡੇ ਅਮਰੀਕਾ 'ਚ ਬੈਠੇ ਨੇ, ਤਾਂ ਇਹ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿ ਪੰਜਾਬ ਦੀ ਜਿਹੜੀ ਗੱਲ ਤੁਸੀਂ ਕਰਨਾ ਚਾਹੁੰਦੇ ਸੀ, ਮੈਂ ਬਾਅਦ 'ਚ ਕਰ ਲੈਂਦਾ। ਠੀਕ ਹੈ ਜੀ, ਠੀਕ ਹੈ। ਕਿ ਤੁਸੀਂ ਬੜੀ ਇੱਕ ਖਾਸ ਗੱਲ ਸੀ ਕਿ ਕੇਂਦਰ ਬਿੰਦੂ ਜਿਹੜਾ ਅਮਰੀਕਾ ਕੋਵਿਡ ਨੂੰ ਲੈ ਕੇ, ਅਸੀਂ ਕੋਵਿਡ ਦੀ ਗੱਲ ਕਰਦੇ ਪਏ, ਇੰਡੀਆ 10 ਲੱਖ ਤੋਂ ਪਾਰ ਹੋ ਗਏ ਨੇ। ਅਮਰੀਕਾ ਦੀ ਗਿਣਤੀ ਤਾਂ ਸਾਡੇ ਕੋਲੋਂ 3 ਗੁਣਾ ਤੋਂ ਵੀ ਜ਼ਿਆਦਾ ਹੈ। ਬਿਲਕੁਲ ਬਿਲਕੁਲ। ਤੇ ਅਮਰੀਕਾ ਦੀ ਮੈਂ ਮੇਰੇ ਖਿਆਲ ਜੇ ਮੈਂ ਲੇਟੈਸਟ ਦੇਖੋ ਮੈਂ ਲੇਟੈਸਟ ਜਾਣਕਾਰੀ ਵੀ ਸਾਂਝਾ ਕਰ ਬਿਲਕੁਲ ਬਿਲਕੁਲ ਬਿਲਕੁਲ। ਅਮਰੀਕਾ ਦੇ ਵਿੱਚ ਦੇਖੋ ਜੀ 2 ਘੰਟੇ ਪਹਿਲਾਂ ਜੋ ਰਿਕਾਰਡਿੰਗ ਤੋਂ ਨਾ ਜੀ 36,95,302 ਕੇਸ, 36,95,302 ਕੇਸ ਹੈ। ਸਾਡੇ ਇੱਥੇ 10 ਲੱਖ ਪਾਰ ਹੋਇਆ ਹੈ। ਔਰ ਉੱਥੇ ਜਿਹੜੇ ਹਨ ਇਹ, ਔਰ ਜਿਹੜੇ ਲੋਕ ਚੱਲ ਵਸੇ ਨੇ, ਜਿਹੜੇ ਨਹੀਂ ਚੱਲ ਸਕੇ ਇਸ ਮਰਜ਼ ਨੂੰ, ਇਸ ਵਾਇਰਸ ਨੂੰ, ਉਹ ਗਿਣਤੀ ਹੈ ਜੀ 1,41,118। ਤਾਂ ਜ਼ਾਰਾ ਤੌਰ ਤੇ ਇਹ ਗਿਣਤੀ ਹੁਣ ਤੱਕ ਵੱਧ ਗਈ ਹੋਏਗੀ। ਇਹਦੇ ਨਾਲ ਹੀ ਖਬਰ ਆਈ ਸੀ ਕਾਲੀ ਜੀ, ਕਿਉਂਕਿ ਸਭ ਤੋਂ ਜ਼ਿਆਦਾ ਪਹਿਲੋਂ ਮਾਰ ਚੱਲੀ ਸੀ ਨਿਊਯਾਰਕ ਸਟੇਟ ਔਰ ਸਿਟੀ ਨੇ,
ਤੇ ਐਤਵਾਰ ਪਿਛਲੇ ਐਤਵਾਰ ਦੀ ਖਬਰ ਸੀ ਸਾਡੇ ਪੰਜ ਇੱਥੇ ਅਸੀਂ 5-6 ਦਿਨ ਦੇਖੀ। ਪਹਿਲਾਂ ਦੀ ਜਾਂ ਅਸੀਂ ਮੰਗਲਵਾਰ ਦੇਖੀ 12 ਘੰਟੇ ਦੇ ਦਿਨ ਰਾਤ ਦਾ ਫਰਕ ਹੈ ਉਹ ਫਿਰ ਇੱਥੇ 4 ਦਿਨ ਆਇਆ। ਪਹਿਲਾਂ ਦੀ ਗੱਲ ਅਸੀਂ ਕਰ ਸਕਦੇ ਹਾਂ ਤੇ ਪਹਿਲਾ ਦਿਨ ਸੀ ਇੰਨੇ ਮਹੀਨਿਆਂ ਦੇ ਜ਼ੀਰੋ ਵਿੱਚ ਜਾਂ ਜ਼ੀਰੋ ਡੈਥ ਰਿਪੋਰਟ ਨੋ ਡੈਥ ਮਤਲਬ ਰਿਪੋਰਟ ਹੋਈ ਨਿਊਯਾਰਕ ਸਿਟੀ ਦੇ ਵਿੱਚ ਬੜੀ ਸਕੂਨ ਦੇ ਖਬਰ ਸੀ ਬਿਲਕੁਲ। ਲੇਕਿਨ ਨਾਲ ਤਕਲੀਫ ਵੱਧਦੀ ਹੈ ਕਿ ਐਪੀਸੈਂਟਰ ਕਹਿੰਦੇ ਵੀ ਹੁਣ ਸ਼ਿਫਟ ਕਰ ਗਿਆ ਸਿੱਧਾ ਠਾ ਫਲੋਰੀਡਾ ਨੂੰ ਔਰ ਉੱਥੇ ਇੱਕ ਦਿਨ ਦੇ ਵਿੱਚ ਉਸ ਦਿਨ ਜਦੋਂ ਇੱਥੇ ਜ਼ੀਰੋ ਡੈਥ ਰਿਪੋਰਟ ਦੀ ਗੱਲ ਕਰਦੇ ਆ 15,000 ਪਲੱਸ ਕੇਸ ਇੱਕ ਦਿਨ 'ਚ ਰਿਪੋਰਟ ਹੁੰਦੇ ਨੇ ਉਹ ਦੇਖੋ ਨਾ ਉੱਥੇ ਦੀਆਂ ਆਜ਼ਾਦੀਆਂ ਮਾਣਦੇ ਨੇ ਲੋਕਾਂ ਨੇ ਉਹਨੂੰ ਸੀਰੀਅਸਲੀ ਲਿਆ ਹੀ ਨਹੀਂ ਯੰਗ ਜਨਰੇਸ਼ਨਸ ਨੇ ਉਹ ਕਿਵੇਂ ਫਿਰ ਲਾਗ ਇੱਕ ਦੂਜੇ ਤੋਂ ਗਾਂ ਤੋਂ ਗਾਂ ਹਾਲਾਂਕਿ ਉਹ ਸੀਰੀਅਸ ਬਿਮਾਰੀਆਂ ਵਾਲਿਆਂ ਲੋਕਾਂ ਨੂੰ ਜ਼ਿਆਦਾ ਲਪੇਟ ਚ ਲੈਂਦਾ ਆਲ ਓਵਰ ਵਰਲਡ 'ਚ ਅਸੀਂ ਦੇਖਦੇ ਹਾਂ ਪਰ ਕਿਤੇ ਨਾ ਕਿਤੇ ਤਾਂ ਲਾਗ ਉਹਨਾਂ ਤੱਕ ਜਾਂਦੀ ਹੈ ਨਾ ਤਾਂ ਜੇ ਮੈਂ ਡੈਥ ਰੇਟ ਦੀ ਵੀ ਗੱਲ ਕਰ ਲਵਾਂ ਤਾਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਦਾ ਡੈਥ ਰੇਟ ਜਿਹੜਾ ਹੈ ਪ੍ਰਤੀ ਲੱਖ ਦੇ ਹਿਸਾਬ ਨਾਲ 3 ਪੁਆਇੰਟ ਸਮਥਿੰਗ ਹੈ ਔਰ ਕੈਨੇਡਾ ਸਭ ਤੋਂ ਸਿਖਰ ਦੇ ਉੱਤੇ 8 ਪੁਆਇੰਟ ਤੋਂ ਉੱਪਰ ਪਰ ਭਾਰਤ ਇਸ ਗੱਲੋਂ ਥੋੜਾ ਸਕੂਨ ਮਹਿਸੂਸ ਕਰ 2.7 ਹਾਂ ਉਸ ਲਿਹਾਜ਼ ਨਾਲ ਅਸੀਂ ਉਸ ਡੈਥ ਦੇ ਲਿਹਾਜ਼ ਦੇ ਨਾਲ ਪਰਸੈਂਟੇਜ ਨੰਬਰ ਆਫ ਕੇਸਿਸ ਜ਼ਿਆਦਾ ਨੰਬਰ ਆਫ ਕੇਸਿਸ ਜ਼ਿਆਦਾ ਨੇ ਡੈਥ ਰੇਟ ਜਿਹੜਾ ਹੈ ਉਹਨਾਂ ਦੇ ਮੁਕਾਬਲੇ ਤੇ ਡੈਥ ਰੇਟ ਜਿਹੜਾ ਉਹ ਕਾਫੀ ਇਹ ਵਾਰ ਸਪੇਨ ਵਰਗਿਆਂ ਨੂੰ ਇਟਲੀ ਸੀ ਜਾਂ ਖਾਸ ਤੌਰ ਤੇ ਯੂਕੇ ਨੂੰ ਜਿਹੜੀ ਪਰਸੈਂਟੇਜ ਆਫ ਡੈਥਸ ਆ ਬਹੁਤ ਜ਼ਿਆਦਾ ਹੋਈਆਂ 3% ਤੋਂ ਘੱਟ ਹੈ ਨਾ 2.7 ਦੇ ਕੋਲ ਮੈਨੂੰ ਲੱਗਦਾ ਉਹਦੇ ਮੱਦੇਨਜ਼ਰ ਭਾਰਤ ਦੀਆਂ ਸਖਤਾਈਆਂ ਨੂੰ ਕਿਤੇ ਸਾਨੂੰ ਥੋੜਾ ਐਜੂਕੇਸ਼ਨ ਪੱਖੋਂ ਸਾਡੇ ਕੋਲ ਉਹ ਦਿਖਾ ਨਹੀਂ ਹੈ ਅਸੀਂ ਬਹੁਤ ਪਿਛਾਂਹ ਲੇਕਿਨ ਇਸ ਮਾਮਲੇ ਵਿੱਚ ਅਸੀਂ ਸਾਡੀ ਸਖਤਾਈਆਂ ਕੰਮ ਵੀ ਆਈਆਂ ਨੇ ਹਾਂਜੀ ਇਹ ਜਾਂਦੇ ਮੈਂ ਜ਼ਿਕਰ ਕਰਦਾ ਜਿਹੜਾ ਨਵਾਂ ਫੈਸਲਾ ਆਇਆ ਸਰਕਾਰ ਪੰਜਾਬ ਗਵਰਨਮੈਂਟ ਦਾ ਪ੍ਰਾਈਵੇਟ ਹਸਪੀਟਲਾਂ ਨੂੰ ਲੈ ਕੇ ਮੈਂ ਪਹਿਲਾਂ ਸ਼ੁਰੂ ਕਰ ਦਿੰਦਾ ਤੇ ਆਪਾਂ ਡਾਟਾ ਤੁਸੀਂ ਜ਼ਰੂਰ ਉਹ ਪੜ੍ਹ ਦੋਗੇ ਸਾਡੇ ਦਰਸ਼ਕਾਂ ਲਈ ਕਿਉਂਕਿ ਉਹਨਾਂ ਨੇ ਬਾਹਰੋਂ ਸਾਡੇ NRIs ਵੀ ਆਉਂਦੇ ਨੇ ਉਹਨਾਂ ਦੇ ਪਰਿਵਾਰ ਵੀ ਇੱਥੇ ਨੇ ਜੇ ਕਿਤੇ ਕੋਈ ਲੋੜ ਪੈ ਜਾਂਦੀ ਆ ਵੀ ਸੀ 2 ਮਿੰਟ ਦਾ ਯਾਰ ਰੱਬ ਨਾ ਹੀ ਕਰੇ ਅਬਲਾ ਤਾਂ ਹਸਪੀਟਲ ਜਾਣਾ ਪਵੇ ਪਰ ਕਿਉਂਕਿ ਮਹਾਮਾਰੀ ਫੈਲੀ ਹੋਈ ਹੈ ਤੇ ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਰੇਟ ਫਿਕਸ ਕਰ ਦਿੱਤੇ ਨੇ ਕੋਵਿਡ-19 ਨੂੰ ਲੈ ਕੇ ਉਹਦੀ ਕੈਟੇਗਰਾਈਜ਼ ਹੈ ਮੇਰੇ ਖਿਆਲ ਨਾਲ ਆਪਾਂ ਸਿਮਰਤੀਆਂ ਤੇ ਯਕੀਨ ਨਾ ਕਰੀਏ ਤੇ ਸਾਡੇ ਕੋਲ ਅੰਕੜਾ ਪਿਆ ਹੈ ਹਾਂਜੀ ਉਹ ਇਸ ਤਰ੍ਹਾਂ ਹੈ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਨਾ ਪਿੱਛੇ ਇੰਡੀਆ ਤੇ ਦੇਸ਼ ਭਰ ਤੋਂ ਖਬਰਾਂ ਆ ਰਹੀਆਂ ਸੀ ਕਿ ਬਹੁਤ ਜ਼ਿਆਦਾ ਪੈਸੇ ਵਸੂਲ ਕਰ ਰਹੇ ਨੇ ਲੁੱਟ 20 ਲੱਖ 25 ਲੱਖ 15 ਲੱਖ ਬਹੁਤ ਲੁੱਟ ਦੀਆਂ ਖਬਰਾਂ ਆ ਰਹੀਆਂ ਵੱਡੇ ਤੋਂ ਵੱਡਾ ਹਸਪੀਟਲ ਜਿਹੜਾ ਹੈ ਨਾ ਆਪਾਂ ਅਗਰੀ ਗੱਲ ਉੱਥੇ ਸ਼ੁਰੂ ਕਰ ਲਈਏ ਜਿਹੜੇ ਲੱਖਾਂ ਚਾਰਜ ਕਰਦੇ ਪਏ ਸੀ ਜੀ ਉਹਨਾਂ ਨੇ 3 ਤਰ੍ਹਾਂ ਦੇ ਮਤਲਬ ਜੀ ਹੈ ਹਸਪੀਟਲ ਕੈਟੇਗਰਾਈਜ਼ ਕਰਤੇ ਨੇ ਇੱਕ ਥੋੜੇ ਠੀਕ ਮਿਆਰ ਦੇ ਹੋਣਗੇ ਫਿਰ ਦੂਸਰੇ ਫਿਰ ਤੀਸਰੇ ਮੈਂ ਉਹਨਾਂ ਦੀ ਟੈਕਨੀਕਲ ਡਿਟੇਲਸ ਨਹੀਂ ਜਾਣਦਾ ਰੇਟ ਕਿਵੇਂ ਮੁਕਰਰ ਕਰਤਾ ਹੈ ਚਲੋ ਹੇਠਲੇ ਪਾਸੇ ਸ਼ੁਰੂ ਕਰਦੇ ਹਾਂ ਇੱਕ ਦਿਨ ਦੀ ਜੇ ਮਾਈਲਡ ਸਿਕਨੈਸ ਹੈ 4500 5500 ਤੋਂ 6500 ਹਲਕਾ ਜੀ ਇਸ਼ਾਰਾ ਮਾਤਰ ਪ੍ਰਤੀ ਦਿਨ ਜੀ ਥੋੜਾ ਜਿਹਾ ਗਾਂ ਨਿਕਲ ਗਈ ਗੱਲ ਕਿ ਜਿਹੜਾ ਹੈ ਖਾਸ ਤਵੱਜੋ ਮੰਗਦਾ ਹਸਪੀਟਲ ਐਡਮਿਟ ਹੋ ਤੇ ਉਹਦਾ ਫਿਰ ਹਸਪੀਟਲ ਦੇ ਦਰਜੇ ਦੇ ਹਿਸਾਬ ਨਾਲ ਮਿਆਰ ਦੇ 8000 9000 10000 ਪ੍ਰਤੀ ਦਿਨ ਇਹ ਪ੍ਰਤੀ ਦਿਨ ਦੇ ਹਿਸਾਬ ਨਾਲ ਰੇਟ ਨੇ ਸਾਰੇ ਉਹ ਤੁਹਾਨੂੰ ਜੇ ਥੋੜਾ ਜਿਹਾ ਗੱਲ ਹੋਰ ਸੀਰੀਅਸ ਹੋ ਗਈ ਹੈ ICU ਚ ਪੈਣਾ ਹੈ ਆਕਸੀਜਨ ਦੀ ਲੋੜ ਪੈ ਸਕਦੀ ਹੈ ਫਿਰ ਕਰਦਾ ਗਿਆ 13000 14000 15000 ਹਸਪੀਟਲ ਦੇ ਮਿਆਰ ਦਰਜਾਬੰਦੀ ਦੇ ਹਿਸਾਬ ਨਾਲ ਔਰ ਗੱਲ ਜੇ ਹੋਰ ਅਗਾਂਹ ਨਿਕਲ ਗਈ ਜਦੋਂ ਅਸੀਂ ਦੇਖਦੇ ਵੀ ਬੰਦਾ ਵੈਂਟੀਲੇਟਰ ਜਾਣ ਵਾਲੀ ਗੱਲ ਆ ਗਈ ਬਚਾਉਣਾ ਹੈ ਵੈਂਟੀਲੇਟਰ ਤੇ ਪਾਇਆ ਵੈਂਟੀਲੇਟਰ ਵੀ ਤਾਂ ਹੀ ਪਾਉਣਾ ਪੈਂਦਾ ਕਿ ਬਈ ਕਿਸੇ ਤਰੀਕੇ ਬਚਾ ਲਿਆ ਜਾਵੇ ਹੋਰ ਉਪਚਾਰ ਪਲੱਸ ਵੈਂਟੀਲੇਟਰ ਬਿਲਕੁਲ ਤਾਂ ਫਿਰ ਉਹਦਾ ਰੇਟ ਮੁਕਰਰ ਕਰਤਾ ਜੀ ਇਹਨਾਂ ਨੇ 15000 16,500 ਤੇ 18,000 ਮੈਨੂੰ ਲੱਗਦਾ ਇਹ ਸਲਾਹੁਣਯੋਗ ਫੈਸਲਾ ਹੈ ਕਿਤੇ ਨਾ ਕਿਤੇ ਆਣ ਕੇ ਤੁਸੀਂ ਫਿਕਸ ਹੋਏਗਾ ਤਾਂ ਲੁੱਟ ਜਿਹੜੀ ਹੈ ਆਮ ਪਬਲਿਕ ਦੀ ਲੁੱਟ ਜਿਹੜੀ ਹੈ ਉਹਦੇ ਤੇ ਕੋਈ ਨਾ ਕੋਈ ਰੈਸਟ੍ਰਿਕਸ਼ਨ ਕੋਈ ਨਾ ਕੋਈ ਰੋਕ ਜਿਹੜੀ ਉਹ ਲਗਾਈ ਜਾ ਸਕਦੀ ਹੈ ਹੁਣ ਅਸੀਂ ਜੋ ਇਸ਼ਾਰਾ ਸੀ ਕੈਮਰਾਮੈਨ ਦਾ 4 ਮਿੰਟ ਪਹਿਲੋਂ ਕਿ 3 ਮਿੰਟ ਰਹਿ ਗਏ ਉਹਦਾ ਅਦਬ ਕੀਤਾ ਜਾਵੇ ਪੂਰਾ ਹੋ ਚੁੱਕਿਆ ਔਰ ਜੀ ਇਸ ਨਾਲ ਹੀ ਗੱਲ ਮੁਕਾਉਂਦੇ ਹਾਂ ਜਿੰਨਾ ਕੁਝ ਸ਼ੇਅਰ ਕਰ ਸਕਦੇ ਸੀ ਪੰਜਾਬ ਦੀ ਸਿਆਸਤ ਕੁਝ ਜਥੇਦਾਰ ਸਾਹਿਬ ਦੇ ਬਿਆਨ ਔਰ ਕੋਵਿਡ ਨੂੰ ਲੈ ਕੇ ਅਸੀਂ ਸ਼ੇਅਰ ਕਰ ਲਿਆ ਸ਼ੁਕਰੀਆ ਆਪ ਜੀ ਦਾ ਸ਼ੁਕਰੀਆ ਤੁਸੀਂ ਸਾਡੇ ਨਾਲ ਟਾਈਮ ਗੁਜ਼ਾਰਿਆ